ਇੰਨੇ ਮਹੀਨੇ ਵੀ ਤਾਂ ਬਹਿ ਕੇ, ਕਿਉਂਕਿ ਜੱਟਾਂ ਦੇ ਵਿੱਚ ਸੁਭਾਅ ਹੀ ਇਦਾਂ ਦਾ ਹੁੰਦਾ, ਨਰਮ ਹੁੰਦਾ। ਜੇ ਕੋਈ ਮਤਲਬ ਹੱਲ ਕਰਨਾ ਹੈ, ਵੈਸੇ ਸਾਰੇ ਗਰਮ ਹੁੰਦੇ ਨੇ। ਤੇ ਜਿਹੜੇ ਹੁਣ 3 ਖੇਤੀ ਕਾਨੂੰਨਾਂ ਦੀ ਲੜਾਈ ਉਹ ਵਿੱਢ ਕੇ ਬੈਠੇ ਨੇ ਦਿੱਲੀ, ਉਸ ਤੋਂ ਘੱਟ ਆ ਜਾਣਗੇ ਵਾਪਸ, ਜਾਂ ਕੋਈ ਸਮਝੌਤਾ ਕਰਕੇ ਆ ਜਾਣਗੇ ਵਾਪਸ? ਐ ਨਹੀਂ ਕਿ ਆਪਾਂ ਤੁਹਾਨੂੰ ਕੁਝ ਕਹਿਤਾ, ਮੈਨੂੰ ਕੁਝ ਕਹਿਤਾ ਤੇ ਮੁੜ ਕੇ ਵਿੱਚ ਵਿਚਾਲਾ ਜਿਹਾ ਰਾਹ ਕੱਢ ਕੇ ਨਿਕਲ ਗਏ, ਨਹੀਂ। ਹਰਮੀਤ ਬਾਰੇ ਕਹਿ ਸਕਦੀ ਹਾਂ ਜੀ ਕਿ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਸੋ ਉਹਦੇ ਵਾਸਤੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਦੀ ਦਾੜੀ ਲਵੇੜੀਏ। ਜ਼ਮੀਨ ਜਾਇਦਾਦ ਚੰਗੀ ਹੈ ਸਾਡੇ ਕੋਲ, ਇਹ ਸਭ ਕੁਝ ਦਿੱਤਾ ਹੋਇਆ ਪ੍ਰਮਾਤਮਾ ਦਾ, ਤੇ ਇਸ ਪਾਸੇ ਨਾ ਤੁਰੀਏ। ਅੱਜ ਦੀ ਡੇਟ 'ਚ ਮੈਂ ਇਹ ਕਹਿ ਸਕਦੀ ਹਾਂ ਜੀ ਕਿ ਜੇ ਉੱਥੇ ਸਿੰਘੂ ਬੈਠੇ ਨੇ ਤਾਂ ਬਿਲਕੁਲ ਬੇਫਿਕਰ ਬੈਠੇ ਨੇ, ਉਹਨਾਂ ਨੂੰ ਪਤਾ ਵੀ ਮੇਰਾ ਪਿੱਛੋਂ ਕੰਮ ਚੱਲ ਰਿਹਾ। ਉਹਨਾਂ ਨੇ ਕਿਉਂ ਸੋਚਿਆ ਕਿ ਰਿਦੇ ਪ੍ਰਤਾਪ ਨੂੰ ਇੱਕ ਖੇਤੀ ਦੇ ਨਾਲ ਜੋੜਿਆ ਜਾਵੇ, ਇੱਕ ਕਿਸਾਨ ਬਣਾਇਆ ਜਾਵੇ? ਹੀ ਇਜ਼ ਵੈਰੀ ਓਨੈਸਟ, ਵੈਰੀ ਕਲੀਅਰ ਹਾਰਟਡ ਪਰਸਨ। ਮੈਂ ਆਪਦੀ ਲਾਈਫ ਦੇ ਵਿੱਚ ਕੋਈ ਬੰਦਾ ਇੰਨਾ ਪੈਸ਼ਨੇਟਲੀ ਆਪਦੀ ਕਮਿਊਨਿਟੀ ਲਈ ਕੰਮ ਕਰਦਾ ਨਹੀਂ ਦੇਖਿਆ। ਜਦੋਂ ਮੇਰੀ ਮੈਰਿਜ ਹੋਈ ਜੀ, ਉਦੋਂ ਮੈਂ ਆਪਣੇ ਫਾਦਰ ਇਨ ਲਾਅ ਨੂੰ ਵੇਖਦੀ ਹੁੰਦੀ ਸੀ ਜੀ, ਬਹੁਤ ਐਕਟਿਵ ਸੀਗੇ। ਖਤਮ ਕਰਕੇ ਵਾਪਸ ਕਰਾ ਕੇ ਫਿਰ ਅਸੀਂ ਵਾਪਸ ਆਵਾਂਗੇ, ਇਸ ਤੋਂ ਇਲਾਵਾ ਕੋਈ ਰਾਹ ਨਹੀਂ। ਮੇਰੀ ਸਭ ਤੋਂ ਜ਼ਿਆਦਾ ਬੌਂਡਿੰਗ ਹੀ ਫਾਦਰ ਨਾਲ ਹੈ, ਅਤੇ ਕਾਫੀ ਉਦੋਂ ਐਂ ਹੁੰਦਾ ਵੀ ਜਦੋਂ ਜਿਵੇਂ ਇਹਨਾਂ ਦੋਨਾਂ ਦੀ ਟੀਮ ਹੈ ਤਾਂ ਮੈਨੂੰ ਐਂ ਹੁੰਦਾ ਵੀ ਪਾਪਾ ਕਿਉਂ ਨਹੀਂ ਹੈਗੇ ਨੇ। ਓਬਵੀਅਸਲੀ ਬਿਕੋਜ਼ ਹੁਣ ਵੀ ਮੈਂ ਐਗਰੀਕਲਚਰ ਯੂਨੀਵਰਸਿਟੀ 'ਚੋਂ ਹਾਂ, ਸੋ ਮੈਨੂੰ ਹੈਗਾ ਵੀ ਮੈਂ ਇੱਥੇ ਹੀ ਰਹਿ ਕੇ ਕੁਛ ਕਰਾਂ। ਸੋ ਘਰੇ ਤਾਂ ਬਹੁਤ ਜ਼ਿਆਦਾ ਕੰਮ ਹੈ, ਲਾਈਕ ਬਹੁਤ ਫਨ ਜਿਹਾ ਹੁੰਦਾ ਮਾਹੌਲ ਜਦੋਂ ਹੁੰਦੇ ਨੇ ਘਰੇ। ਹੁਣ ਓਬਵੀਅਸਲੀ ਮਿਸ ਕਰਦੇ, ਇੰਨਾ ਟਾਈਮ ਹੋ ਗਿਆ, ਕਦੇ ਵੀ ਨਹੀਂ ਦੂਰ ਰਹੇ ਇੰਨਾ। ਠੀਕ ਹੈ, ਪਰਮਾਤਮਾ ਨੇ ਦਿੱਤਾ, ਉਹਦੇ 'ਚ ਬਹੁਤ ਸੋਹਣਾ ਗੁਜ਼ਾਰਾ ਹੁੰਦਾ ਹੈ ਜੀ। ਨਾਮ ਵੱਧ ਹੈ, ਫੇਮ ਹੈ, ਪੈਸਾ, ਸਾਰਾ ਕੁਝ ਹੈ। ਜਦੋਂ ਰੱਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ, ਫਿਰ ਆਪਾਂ ਕਿਉਂ ਨਾ ਸੇਵਾ ਕਰੀਏ। ਤਾਂ ਕਾਦੀਆਂ ਪਰਿਵਾਰ ਦੀ ਅੱਜ ਗੱਲਬਾਤ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਇਸ ਵੇਲੇ ਹਰਮੀਤ ਸਿੰਘ ਕਾਦੀਆਂ ਜੀ, ਉਹਨਾਂ ਦੇ ਫਰਜ਼ੰਦ ਮੇਰੇ ਨਾਲ ਨੇ। ਰਿਦੇ ਪ੍ਰਤਾਪ ਇਹਨਾਂ ਦਾ ਨਾਮ ਹੈ। ਜਦੋਂ ਤੋਂ ਇਹਨਾਂ ਦੇ ਪਾਪਾ ਦਿੱਲੀ ਧਰਨੇ ਦੇ ਵਿੱਚ ਡਟੇ ਨੇ, ਉਦੋਂ ਤੋਂ ਸਾਰੀ ਖੇਤੀਬਾੜੀ ਇਹੀ ਸੰਭਾਲ ਰਹੇ ਨੇ। ਮਹਿਜ਼ 14 ਸਾਲ ਦੀ ਉਮਰ ਹੈ ਰਿਦੇ ਪ੍ਰਤਾਪ ਦੀ, ਤੇ ਰਿਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਰਿਦੇ, ਕਿੱਦਾਂ ਦੇਖਦੇ ਹੋ ਬਾਪੂ ਜੀ ਦਿੱਲੀ ਧਰਨੇ ਦੇ ਉੱਤੇ ਡਟੇ ਹੋਏ ਹੋ ਤੇ ਤੁਸੀਂ ਖੇਤੀਬਾੜੀ ਸੰਭਾਲ ਰਹੇ ਹੋ, ਕੀ ਕਹਿਣਾ ਚਾਹੋਗੇ? ਇਹ ਇਕੱਲਾ ਮੈਂ ਨਹੀਂ ਕਰ ਰਿਹਾ, ਸਾਰੇ ਕਰ ਰਹੇ ਨੇ, ਜਿਨ੍ਹਾਂ ਦੇ ਪੇਰੈਂਟਸ ਗਏ ਹੋਏ ਨੇ, ਅਤੇ ਸਾਰਿਆਂ ਨੂੰ ਕਰਨਾ ਪੈਂਦਾ ਕਿਉਂਕਿ ਸਾਡਾ ਕਲਚਰ ਇਹ ਆ, ਅਤੇ ਸਟਾਰਟਿੰਗ 'ਚੋਂ ਅਸੀਂ ਕਰ ਰਹੇ ਹਾਂ। ਸੋ ਬਿਲਕੁਲ ਰਿਦੇ, ਮੈਂ ਕਹਿੰਦਾ ਤੁਸੀਂ ਟਰੈਕਟਰ ਸਟਾਰਟ ਕਰੋ, ਜਿੱਥੇ ਜਿਹੜਾ ਤੁਸੀਂ ਬਾਗ ਸੰਭਾਲਿਆ ਹੋਇਆ ਉੱਥੇ ਤੁਸੀਂ ਸਾਨੂੰ ਲੈ ਕੇ ਚੱਲੋ, ਅਤੇ ਮੈਂ ਕਹਿੰਦਾ ਇੱਕ ਵਾਰੀ ਸੈਲਫ ਮਾਰ ਲਓ ਅਤੇ ਆਪਾਂ ਚੱਲਦੇ ਗੱਲਾਂ ਬਾਤਾਂ ਕਰਦੇ ਹਾਂ। ਸੋ ਰਿਦੇ, ਇੱਕ ਹੋਰ ਗੱਲ ਦੱਸੋ ਕਿ ਕਿਹੜੀ ਕਲਾਸ 'ਚ ਪੜ੍ਹਦੇ ਹੋ ਪਹਿਲਾਂ? ਮੈਂ ਜੀ 9ਵੀਂ 'ਚ। ਅੱਛਾ, ਪੜ੍ਹਾਈ ਲਿਖਾਈ 'ਚ ਕਿੱਦਾਂ ਦਾ ਤੁਹਾਡਾ ਰੁਝਾਨ? ਠੀਕ ਹੈ ਜੀ, ਮਤਲਬ ਨੰਬਰ ਲੈ ਲਈਦੇ ਨੇ ਜਦੋਂ ਪੇਪਰਾਂ ਵੇਲੇ, ਪੜ੍ਹ ਕੇ 70 ਦੇ ਕਰੀਬ। ਬਾਪੂ ਜੀ ਕੀ ਕਹਿੰਦੇ ਨੇ ਵੀ ਕਿੰਨਾ ਕੁ ਪੜ੍ਹਦਾ ਹੈ? ਉਹ ਕਹਿੰਦੇ ਜਿੰਨਾ ਕੁ ਮਤਲਬ ਖੇਤੀ ਵੀ ਹੁਣ ਕਰ ਰਹੇ ਤਾਂ ਉਹਦੇ ਹਿਸਾਬ ਨਾਲ ਤਾਂ ਕਹਿੰਦੇ ਬੜਾ ਵਧੀਆ ਕਿ 70-72 ਲੈ ਲੈਂਦੇ ਹੋ। ਅੱਛਾ ਰਿਦੇ, ਇੱਕ ਗੱਲ ਦੱਸੋ, ਮੈਂ ਨਾ ਜਦੋਂ ਤੁਹਾਡੇ ਪਾਪਾ ਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਹਰਮੀਤ ਜੀ ਇੱਕ ਗੱਲ ਕਹਿ ਰਹੇ ਸੀ ਕਿ ਬਹੁਤ ਸਾਰੇ ਜਿਹੜੇ ਕਿਸਾਨ ਹੋਣਗੇ, ਕਿਸਾਨ ਆਗੂ ਹੋਣਗੇ, ਉਹ ਆਪਣੇ ਮੁੰਡੇ ਨੂੰ ਕਿਸਾਨ ਨਹੀਂ ਬਣਾਉਣਾ ਚਾਹੁੰਦੇ, ਪਰ ਮੈਂ ਆਪਣੇ ਮੁੰਡੇ ਨੂੰ ਚਾਹੁੰਦਾ ਕਿ ਉਹ ਕਿਸਾਨ ਬਣੇ। ਇਹੋ ਜਿਹਾ ਕੀ ਕਾਰਨ ਸੀ ਕਿ ਕਿਸਾਨ, ਉਹਨਾਂ ਦੀ ਸੋਚ ਹੈ, ਉਹਨਾਂ ਦਾ ਸੁਪਨਾ ਤੁਹਾਨੂੰ ਕਿਸਾਨ ਬਣਾਉਣਾ, ਜਾਂ ਫਿਰ ਤੁਹਾਡੀ ਆਪਣੀ ਵੀ ਸੋਚ ਹੈ? ਸਾਡਾ ਕਲਚਰ ਹੈ, ਸਾਨੂੰ ਅਡੋਪਟ ਵੀ ਕਰਨਾ ਚਾਹੀਦਾ ਕਿਉਂਕਿ ਸਾਰੇ ਕਰਦੇ ਨਹੀਂ ਪਏ ਅੱਜ ਕੱਲ੍ਹ। ਆਲਮੋਸਟ ਸਾਰੇ ਮਤਲਬ 10ਵੀਂ ਤੋਂ ਬਾਅਦ ਬਾਹਰ ਜਾਂਦੇ ਨੇ, ਅਤੇ ਕਿਸੇ ਦਾ ਕਲਚਰ ਨਹੀਂ ਹੈਗਾ ਕਿ ਹਾਂ ਵੀ ਅਸੀਂ ਐਗਰੀਕਲਚਰ ਕਰਨੀ ਹੈ। ਅਸੀਂ ਵੀ ਮੰਨਦੇ ਹਾਂ ਜੇ ਕੋਈ ਪ੍ਰੋਫਿਟ ਨਹੀਂ ਹੈਗੇ। ਇਹ ਆਲਮੋਸਟ ਮਤਲਬ ਪੂਰੀ ਹੁੰਦੀ ਹੈ ਕਿਉਂਕਿ 6 ਮਹੀਨੇ ਬਾਅਦ ਫਸਲ ਆਉਂਦੀ, ਉਹਦੇ ਵਿੱਚ ਖਰਚੇ ਬਹੁਤ ਹੁੰਦੇ ਨੇ, ਤਾਂ ਬੰਦਾ ਲੋਨ ਬਹੁਤ ਲੈ ਲੈਂਦਾ। ਉਹੀ ਜੇ ਮਹੀਨੇ ਪੈਸੇ ਆਉਣ ਤਾਂ ਬੰਦਾ ਸੋਚ ਸਮਝ ਕੇ ਵਰਤਦਾ ਹੈ, ਉਹਦੇ ਕਰਕੇ ਲੋਨ ਵੀ ਬਹੁਤ ਚੜ੍ਹਦਾ ਅਤੇ ਮਤਲਬ ਨੁਕਸਾਨ ਹੁੰਦਾ ਹੈ, ਪਰ ਇੰਨਾ ਨਹੀਂ ਹੁੰਦਾ। ਪੈਸੇ ਬਚ ਜਾਂਦੇ ਨੇ, ਰੋਟੀ ਪਾਣੀ ਚੱਲ ਜਾਂਦੀ ਆ, ਤਾਂ ਕਰਕੇ ਜ਼ਿਆਦਾਤਰ ਲੋਕ ਐਗਰੀਕਲਚਰ ਵੱਲ ਨਹੀਂ ਜਾਂਦੇ, ਬਾਹਰ ਜਾਂਦੇ ਨੇ। ਬਹੁਤ ਹੋਣਗੇ ਤੁਹਾਡੀ ਉਮਰ ਦੇ
ਹੈ ਨਾ, ਜਿਹੜੀ ਖੇਤੀ ਕਰਨਾ ਇਸ ਉਮਰ ਤੋਂ ਸ਼ੁਰੂ ਕਰਦੇ ਨੇ। ਤੁਹਾਨੂੰ ਕਦੋਂ ਸ਼ੌਂਕ ਕਦੋਂ ਪਿਆ, ਕਦੋਂ ਸ਼ੁਰੂ ਕਰੀ ਖੇਤੀਬਾੜੀ ਦਾ ਜਿਹੜਾ ਧੰਦਾ ਹੈ, ਇਹਨੂੰ ਕਦੋਂ ਅਡੋਪਟ ਕੀਤਾ ਸੀ ਤੁਸੀਂ? ਮੈਂ ਜੀ 6th ਸੀਗਾ ਉਦੋਂ, 8 ਸਾਲਾਂ ਦਾ। ਉਦੋਂ ਦਾ ਮਤਲਬ ਥੋੜਾ ਬਹੁਤ ਜਿਵੇਂ ਸ਼ੌਂਕ ਕਰਕੇ ਟਰੈਕਟਰ ਟਰੂਕਟਰ ਚਲਾ ਲਈਦਾ ਸੀ, ਪਰ ਸਹੀ ਜਿਹੜੀ ਖੇਤੀ ਹੁੰਦੀ ਆ ਉਹ ਮੈਨੂੰ ਸਾਲ ਹੋ ਗਿਆ ਕਰਦੇ ਨੂੰ। ਸਾਲ ਹੋ ਗਿਆ ਕਰਦੇ ਨੂੰ। ਟਰੈਕਟਰ ਦੇ ਨਾਲ ਕਿੰਨੀ ਕੁ ਯਾਦਾਂ ਜੁੜੀਆਂ ਹੋਈਆਂ ਨੇ? ਇਹ ਬਹੁਤ ਜੁੜੀ ਹੋਈਆਂ ਨੇ, ਕਿਉਂਕਿ ਇਹ ਦਾਦਾ ਜੀ ਨੇ ਲੈ ਕੇ ਆਏ ਸੀ। ਤੁਹਾਡੇ ਦਾਦਾ ਜੀ ਲੈ ਕੇ ਆਏ ਸੀ ਜੀ। ਤੇ ਹੋਰ ਦੱਸੋ ਕਿ ਜਿੱਦਾਂ ਦਿੱਲੀ ਬੈਠੇ ਨੇ ਕਿਸਾਨ, ਬਹੁਤ ਸਾਰੇ ਕਿਸਾਨਾਂ ਦੀ ਸ਼ਹਾਦਤਾਂ ਵੀ ਹੋ ਗਈਆਂ, ਪਰ ਹਜੇ ਸਰਕਾਰ ਮੰਨਣ ਦੇ ਰੋਹ ਦੇ ਵਿੱਚ ਨਹੀਂ। ਸਰਕਾਰ ਹਾਲੇ ਵੀ ਕਹਿ ਰਹੀ ਹੈ ਕਿ ਜੇ ਬਹੁਤ ਸਾਰੇ ਕਿਸਾਨ ਪੱਛਮੀ ਬੰਗਾਲ ਗਏ ਨੇ ਤਾਂ ਉੱਥੇ ਕਹਿੰਦੇ ਟੱਕਰਾਂ ਹੀ ਮਾਰ ਰਹੇ ਨੇ, ਕੁਝ ਪੱਲੇ ਨਹੀਂ ਹੋਣਾ, ਆਪਣੇ ਮਸਲੇ ਨਹੀਂ ਸੁਲਝਦੇ। ਤੁਸੀਂ ਕੀ ਸੋਚਦੇ ਹੋ? ਇੱਕ 14 ਸਾਲ ਦਾ ਜਿਹੜਾ ਗੱਭਰੂ ਹੈ, ਤੁਹਾਡੀ ਉਮਰ ਦਾ ਹੈ, ਰਿਦੇ ਪ੍ਰਤਾਪ ਕੀ ਸੋਚਦਾ? ਇਕੱਲੇ ਜੀ ਸਾਰੇ ਮਤਲਬ ਸਾਰਾ ਪੰਜਾਬ ਹੀ ਜਾ ਰਿਹਾ, ਕਿਉਂਕਿ ਉਹਨਾਂ ਦੀ ਉਮੀਦਾਂ ਜੁੜੀ ਹੋਈਆਂ ਨੇ। ਇੰਨੇ ਮਹੀਨੇ ਵੀ ਤਾਂ ਬਹਿ ਗਏ ਕਿਉਂਕਿ ਜੱਟਾਂ ਦੇ ਵਿੱਚ ਸੁਭਾਅ ਹੀ ਇਦਾਂ ਦਾ ਹੁੰਦਾ, ਨਰਮ ਹੁੰਦਾ ਹੈ। ਜੇ ਕੋਈ ਮਤਲਬ ਹੱਲ ਕਰਨਾ ਹੈ, ਵੈਸੇ ਸਾਰੇ ਗਰਮ ਹੁੰਦੇ ਨੇ, ਪਰ ਜਦੋਂ ਇੱਜ਼ਤ ਤੇ ਉੱਤੇ ਆਉਂਦੀ ਹੈ, ਪਰਿਵਾਰ ਤੇ ਆਉਂਦੀ, ਉਦੋਂ ਸਾਰੇ ਨਰਮੀ ਪੇਸ਼ ਕਰਦੇ ਨੇ। ਅੱਛਾ, ਇੱਕ ਗੱਲ ਦੱਸੋ, ਪਾਪਾ ਨਾਲ ਕਿੰਨੀ ਕੁ ਗੱਲਬਾਤ ਹੋ ਜਾਂਦੀ ਹੈ? ਹਫਤੇ 'ਚ ਜਿਵੇਂ ਸਪਰੇਅ ਸਪਰੂ ਦੇ ਹਿਸਾਬ ਨਾਲ ਫੋਟੋ ਫਾਟੋ ਭੇਜ ਕੇ ਹਫਤੇ 'ਚ 2 ਵਾਰ ਹੋ ਜਾਂਦੀ ਹੈ। ਸਿਰਫ ਕੰਮ ਰਿਗਾਰਡਿੰਗ ਹੀ ਹੁੰਦੀ ਹੈ, ਉੱਦਾਂ ਨਹੀਂ ਕਰਦੇ ਤੁਹਾਨੂੰ ਫੋਨ? ਨਹੀਂ, ਮਤਲਬ ਕੰਮ ਰਿਗਾਰਡਿੰਗ ਹੀ ਛੇਤ ਸੁੱਧਾ ਪੁੱਛ ਕੇ ਫਿਰ ਕੰਮ ਦੀ ਗੱਲ ਕਰ ਲਈਦੀ ਹੈ। ਜਿਵੇਂ ਘਰਦਿਆਂ ਨੂੰ ਵੀ ਫੋਨ ਆ ਜਾਂਦੇ ਨੇ ਕਾਫੀ, ਮਤਲਬ ਉਹਨਾਂ ਨੂੰ ਵੀ 2-3 ਆ ਜਾਂਦੇ ਨੇ ਹਫਤਿਆਂ ਦੇ। ਅੱਛਾ, ਤੁਸੀਂ ਦਿੱਲੀ ਧਰਨੇ ਜਾ ਕੇ ਆਏ ਹੋ? ਹਾਂਜੀ ਜੀ, ਸ਼ੁਰੂਆਤ ਤੋਂ ਮਤਲਬ 26 ਤਰੀਕ ਤੋਂ ਮੈਂ ਦਸੰਬਰ 26 ਤੱਕ ਰਿਹਾ। ਉਦੋਂ ਬਾਅਦ ਮੇਰੇ ਜਨਵਰੀ 'ਚ ਪੇਪਰ ਸੀਗੇ ਤਾਂ ਮੈਂ ਵਾਪਸ ਆ ਗਿਆ ਸੀਗਾ, ਤੇ ਵਿੱਚ ਦੀ ਪਰ ਗਿਆ ਮੈਂ ਕਾਫੀ ਵਾਰੀ। ਅੱਛਾ ਰਿਦੇ, ਇੱਕ ਗੱਲ ਜਿਹੜੀ ਦਿੱਲੀ ਬੈਠੇ ਬਾਪੂ ਜੀ ਨੂੰ ਆਪਣੇ ਨੂੰ ਕਹਿਣਾ ਚਾਹੋਗੇ, ਪਾਪਾ ਨੂੰ ਕਹਿਣਾ ਚਾਹੋਗੇ, ਹਰਮੀਤ ਜੀ ਨੂੰ, ਕੀ ਹੋਏਗੀ ਉਹ ਗੱਲ? ਆਹੀ ਹੈ ਕਿ ਉੱਥੇ ਡਟੇ ਰਹੋ ਤੇ ਇੱਥੇ ਖੇਤੀ ਮਤਲਬ ਸਾਂਭੀ ਜਾ ਰਹੇ ਹਾਂ ਜਿੰਨੀ ਦੇਰ ਤੱਕ ਸਾਂਭਦੇ ਹਾਂ, ਕਿਉਂਕਿ ਸਾਡੀ ਤਾਂ ਸਭ ਤੋਂ ਸੌਖੀ ਖੇਤੀ ਹੈ, ਝੋਨਾ ਕਣਕ। ਇਹ ਕੋਈ ਵੀ ਸਾਂਭ ਲੈਂਦਾ, ਬਸ 2-3 ਸਪਰੇਆਂ ਦੀ ਗੱਲ ਹੁੰਦੀ ਹੈ ਤੇ ਟਾਈਮ ਦੀ ਗੱਲ ਹੁੰਦੀ ਹੈ। ਤੇ ਜਿੰਨੀ ਦੇਰ ਤੱਕ ਅੰਦੋਲਨ ਚੱਲ ਰਿਹਾ ਉਨੀ ਦੇਰ ਤੱਕ ਅਸੀਂ ਸਾਂਭਾਂਗੇ, ਪਿੱਛੋਂ ਸਾਰੀ ਸਾਂਭਾਂਗੇ ਪੰਜਾਬ ਤੇ। ਤੁਹਾਨੂੰ ਸਪਰੇਆਂ ਵਗੈਰਾ ਦਾ ਪਤਾ ਲੱਗ ਗਿਆ ਕਿ ਕਿਹੜੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ, ਕਦੋਂ ਪੀਲੀ ਸੁੰਡੀ ਪੈ ਗਈ, ਕਦੋਂ ਜਿਹੜਾ ਹੋਰ ਬਿਮਾਰੀ ਹੋ ਗਈ, ਪਤਾ ਲੱਗ ਜਾਂਦਾ ਹੁਣ? ਸਮਝਣ ਲੱਗ ਗਏ ਹੁਣ ਖੇਤੀਬਾੜੀ ਨੂੰ? ਹਾਂਜੀ, ਜਿਵੇਂ ਥੋੜੀ ਬਹੁਤੀ ਜਿਹੜੀ ਚੀਜ਼ਾਂ ਦਾ ਨਹੀਂ ਪਤਾ ਸੀਗਾ, ਕਿਸ ਚੀਜ਼ ਦੀ ਮਤਲਬ ਸ਼ਕਲ ਨਹੀਂ ਯਾਦ ਰਹਿੰਦੀ ਸੀ, ਉਹ ਫੋਨ ਤੇ ਪੁੱਛ ਲਈਦਾ। ਤੇ ਵੈਸੇ ਪਿਛਲੇ ਸਾਲ ਦੀ ਵੀ ਕਣਕ ਤੇ ਝੋਨਾ ਮੈਂ ਹੀ ਸਾਂਭਿਆ ਸੀਗਾ। ਮੈਨੂੰ ਲੱਗਦਾ ਕਿਸਾਨ ਅੰਦੋਲਨ ਤੁਹਾਨੂੰ ਯਾਦ ਰਹੂਗਾ ਕਿ ਕਿਸਾਨ ਅੰਦੋਲਨ ਆਇਆ ਸੀ, ਉਹਦੇ 'ਚ ਰਿਦੇ ਪ੍ਰਤਾਪ ਨੇ ਖੇਤੀਬਾੜੀ ਸ਼ੁਰੂ ਕੀਤੀ ਸੀ। ਹਾਂਜੀ, ਮਤਲਬ ਇਸੇ ਜੀ ਪਾਪਾ ਨੇ ਤਾਂ ਹੀ ਟ੍ਰੇਨ ਕੀਤਾ ਸੀ ਮੈਨੂੰ। 2 ਸਾਲ ਹੋ ਗਏ ਟ੍ਰੇਨ ਕਰਦੇ ਨੂੰ, ਤੇ ਪਿਛਲੇ ਸਾਲ ਆਲਮੋਸਟ ਟ੍ਰੇਨ ਹੋ ਚੁੱਕਾ, ਤੇ ਪ੍ਰੈਕਟੀਕਲ ਮਤਲਬ ਜੋ ਹੁਣ ਪੇਪਰਾਂ ਦਾ ਹੁੰਦਾ ਉਹ ਕਰਕੇ ਦੇਖ ਰਹੇ ਹਾਂ। ਪੂਰੇ ਮਾਣ ਨਾਲ, ਖੁਸ਼ੀ ਨਾਲ ਕਰਦੇ ਹੋ ਖੇਤੀਬਾੜੀ? ਹਾਂਜੀ, ਸ਼ੌਂਕ ਨਾਲ। ਸੋ ਬਿਲਕੁਲ। ਹੋਰ ਰਿਦੇ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ, ਜਿਹੜੇ ਤੁਹਾਡੀ ਉਮਰ ਦੇ ਹੋਣਗੇ ਨੌਜਵਾਨ, ਉਹਨਾਂ ਲਈ ਕੀ ਰਿਦੇ ਪ੍ਰਤਾਪ ਦਾ ਕੀ ਸੁਨੇਹਾ ਹੋਏਗਾ? ਕਿ ਖੇਤੀ ਆਪਣਾ ਐਗਰੀਕਲਚਰ ਹੈ, ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਆਪਣੇ ਫੈਮਲੀਆਂ ਨੇ ਬਹੁਤ ਮਿਹਨਤ ਕਰਕੇ ਜ਼ਮੀਨਾਂ ਜੋੜੀਆਂ ਨੇ, ਇਹਨਾਂ ਨੂੰ ਵੇਚ ਕੇ ਬਾਹਰ ਜਾ ਕੇ ਪੈਸੇ ਨਹੀਂ ਲਗਾਉਣੇ ਚਾਹੀਦੇ, ਕਿਉਂਕਿ ਖੇਤੀ ਬਹੁਤ ਜਲਦੀ ਘਟ ਰਹੀ ਹੈ ਤੇ ਇੰਡਸਟਰੀਅਲ ਏਰੀਆ ਬਹੁਤ ਛੇਤੀ ਆ ਰਿਹਾ, ਤਾਂ ਆਪਾਂ ਨੂੰ ਖੇਤੀ ਨੂੰ ਅਡਾਪਟ ਕਰਕੇ ਖੇਤੀ ਨੂੰ ਵਧਾਉਣਾ ਚਾਹੀਦਾ। ਕਿਸਾਨੀ ਅੰਦੋਲਨ 2020 ਦੇ ਵਿੱਚ ਸ਼ੁਰੂ ਹੋਇਆ ਸੀ ਤੇ 2021 ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ, ਤੇ ਲਗਾਤਾਰ ਕਿਸਾਨ ਜਥੇਬੰਦੀਆਂ ਦੀ ਜਦੋਂ ਗੱਲ ਤੁਰਦੀ ਹੈ ਤੇ ਅੱਜ ਗੱਲ ਕਰਨੀ ਬਣਦੀ ਹੈ ਉਸ ਯੂਨੀਅਨ ਦੀ ਜਿੱਥੋਂ ਕਿਸਾਨ ਯੂਨੀਅਨਾਂ ਦੀ ਸ਼ੁਰੂਆਤ ਹੋਈ। ਸਭ ਤੋਂ ਪੁਰਾਣੀ ਜਥੇਬੰਦੀ ਜੇ ਮੈਂ ਕਹਾਂ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਗੱਲ ਮੈਂ ਕਰ ਰਿਹਾ, ਕਿਉਂਕਿ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਉਦੋਂ ਸਭ ਤੋਂ ਪਹਿਲਾਂ ਐਜੀਟੇਸ਼ਨ ਲੜੀ ਗਈ, ਤੇ ਉਸ ਦੇ ਵਿੱਚ ਅੱਜ ਦੇ ਬਹੁਤ ਸਾਰੇ ਉੱਗੇ ਜਿਹੜੇ ਇਸ ਵੇਲੇ ਕਿਸਾਨ ਆਗੂ ਨੇ ਉਹ ਇਸ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਚੋਂ ਨਿਕਲੇ ਸੀ। ਭਾਵੇਂ ਗੱਲ ਰਾਜੇਵਾਲ ਸਾਹਿਬ ਦੀ ਹੋਵੇ ਜਾਂ ਲੱਖੋਵਾਲ ਸਾਹਿਬ ਦੀ ਹੋਵੇ ਜਾਂ ਹੋਰ ਬਹੁਤ ਸਾਰੇ ਨਾਮ ਸੀਗੇ ਜਿਹੜੇ ਕਾਦੀਆਂ ਗਰੁੱਪ ਦੇ ਨਾਲ ਸ਼ੁਰੂ ਹੋਏ ਸੀ, ਤੇ ਉਸ ਤੋਂ ਬਾਅਦ ਵੱਖੋ ਵੱਖਰੀਆਂ ਜਥੇਬੰਦੀਆਂ ਆਪਣੀਆਂ ਬਣਾਉਂਦੇ ਗਏ। ਤੇ ਜਿਹੜੀ ਇਹ ਜਥੇਬੰਦੀ ਸ਼ੁਰੂ ਕੀਤੀ ਸੀ, ਫਾਊਂਡਰ ਨੇ ਇਹਨਾਂ ਦੇ, ਉਹ ਸੀ ਪ੍ਰਤਾਪ ਸਿੰਘ ਕਾਦੀਆਂ ਸਾਹਿਬ। ਪਹਿਲਾਂ MLA ਵੀ ਰਹੇ ਨੇ, ਪਰ ਉਸ ਤੋਂ ਬਾਅਦ ਜਿਸ ਟਾਈਮ ਐਜੀਟੇਸ਼ਨ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਕੁੱਦੇ, ਕਿਸਾਨੀ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਦਿੱਲੀ ਅੱਜ ਧਰਨੇ ਦੇ ਉੱਤੇ ਬੈਠੇ ਨੇ ਉਹਨਾਂ ਦੇ ਪੋਤਰੇ ਹਰਮੀਤ ਸਿੰਘ ਕਾਦੀਆਂ ਤੇ ਉਹਨਾਂ ਦੇ ਫਾਦਰ ਸਾਹਿਬ ਵੀ ਲਗਾਤਾਰ ਇਹਨਾਂ ਜਥੇਬੰਦੀਆਂ ਦੇ ਵਿੱਚ ਡਟੇ ਰਹੇ ਨੇ। ਤੇ ਸ਼ੁਰੂ ਤੋਂ ਇਹ ਪਰਿਵਾਰ ਜਿਹੜਾ ਕਿਸਾਨਾਂ ਦੇ ਲਈ, ਕਿਸਾਨਾਂ ਦੇ ਮਸਲਿਆਂ ਦੇ ਲਈ, ਕਿਸਾਨਾਂ ਦੇ ਹੱਕਾਂ ਦੇ ਲਈ ਬੜਾ ਸੁਚੇਤ ਹੋ ਕੇ ਲੜਦਾ ਆਇਆ। ਅੱਜ ਉਸ ਪਰਿਵਾਰ ਦੀ ਗੱਲ ਕਰਨੀ ਬਣਦੀ ਹੈ, ਕਿਉਂਕਿ ਹਰਮੀਤ ਸਿੰਘ ਕਾਦੀਆਂ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਲਗਾਤਾਰ ਦਿੱਲੀ ਧਰਨੇ ਦੇ ਉੱਤੇ ਡਟੇ ਬੈਠੇ ਨੇ। ਚੰਗਾ ਘਰ-ਬਾਰ ਹੈ,
ਚੰਗਾ ਜ਼ਮੀਨ ਜਾਇਦਾਦ ਹੈ, ਉਸ ਦੇ ਬਾਵਜੂਦ ਵੀ ਜਿਹੜੀਆਂ ਕਿਸਾਨ ਜੇ ਸੜਕਾਂ ਦੇ ਉੱਤੇ ਬੈਠੇ ਨੇ ਤਾਂ ਕਿਸਾਨ ਆਗੂ ਵੀ ਸੜਕਾਂ ਦੇ ਉੱਤੇ ਬੈਠੇ ਨੇ, ਟਰਾਲੀਆਂ ਦੇ ਵਿੱਚ ਸੋ ਰਹੇ ਨੇ। ਤਾਂ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ। ਮਹਿਜ਼ 14 ਸਾਲ ਦਾ ਉਹਨਾਂ ਦਾ ਬੇਟਾ, ਉਹਦੇ ਨਾਲ ਤੁਸੀਂ ਗੱਲਬਾਤ ਸੁਣੀ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਦੀ ਵਾਈਫ ਨੇ, ਉਹਨਾਂ ਦੀ ਬੇਟੀ ਹੈ ਗੁਰਨਾਜ਼, ਉਹ ਕਿਸ ਤਰੀਕੇ ਦੇ ਨਾਲ PAU ਦੇ ਵਿੱਚ ਪੜ੍ਹ ਰਹੀ ਹੈ, ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਤੇ ਕਿਸ ਤਰੀਕੇ ਦੇ ਨਾਲ ਖੇਤੀਬਾੜੀ ਨੂੰ ਦੇਖ ਰਹੇ ਨੇ, ਪਰਿਵਾਰ ਕਿੱਦਾਂ ਦੇਖ ਰਿਹਾ ਕਿਸਾਨੀ ਅੰਦੋਲਨ ਨੂੰ, ਕਿੱਦਾਂ ਦੇ ਕਿਹੜੇ ਸੁਚੇਤ ਮਸਲੇ ਨੇ ਉਹਨਾਂ ਨੂੰ ਕਿੱਦਾਂ ਦੇਖਦੇ ਆ। ਤੇ ਸਭ ਤੋਂ ਪਹਿਲਾਂ ਤੁਸੀਂ ਘਰ ਦੇਖੋਗੇ, ਇੱਕ ਪਾਸੇ ਤਾਂ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਝੰਡਾ ਦਿਖੇਗਾ, ਇੱਕ ਉਹ ਉੱਪਰ ਝੰਡਾ ਲੱਗਾ ਹੋਇਆ, ਤੇ ਨਾਲ ਹੀ ਕਾਲੀ ਝੰਡੀ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਰੋਸੇ ਤੁਸੀਂ ਦੇਖੋਗੇ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਝੰਡਾ ਹੈ, ਤੇ ਦੂਸਰੇ ਹੱਥ ਤੁਹਾਨੂੰ ਨਜ਼ਰ ਆਵੇਗਾ ਕਿ ਰੋਸ ਦਾ ਝੰਡਾ ਲਗਾਇਆ ਹੋਇਆ ਹੈ, ਕਾਲਾ ਝੰਡਾ। ਤੇ ਤੁਸੀਂ ਘਰ ਦੇਖੋਗੇ, ਵਧੀਆ ਘਰ ਹੈ, ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ, ਪਰ ਇਸ ਦੇ ਬਾਵਜੂਦ ਜਿਹੜੇ ਕਿਸਾਨ ਆਗੂ ਨੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਹੋਏ ਨੇ। ਸਰਕਾਰ ਦੇ ਨਾਲ ਭਾਵੇਂ ਗੱਲਬਾਤ ਜਿਹੜੀ ਉਹ ਟੁੱਟੀ ਹੋਈ ਹੈ, 11 ਵਾਰ ਦੀ ਮੀਟਿੰਗਾਂ ਵੀ ਹੋਈਆਂ, ਪਰ ਉਸ ਦੇ ਬਾਵਜੂਦ ਗੱਲ ਕਿਸੇ ਤਣ ਪੱਤਨ ਨਹੀਂ ਲੱਗੀ, ਤਾਂ ਵੀ ਇੱਥੇ ਬੈਠੇ ਹੋਏ ਨੇ। ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ, ਕਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਕਿਵੇਂ ਦੇਖਦੇ ਨੇ ਮਸਲਿਆਂ ਨੂੰ, ਕਿੱਦਾਂ ਕਿਸਾਨੀ ਦੇ ਨਾਲ ਜੁੜੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਹਰਮੀਤ ਕਾਦੀਆਂ ਜੀ ਦੇ ਵਾਈਫ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੇਟੀ ਹੈ, ਇੱਧਰ ਬੇਟਾ ਵੀ ਹੈ, ਬੇਟੇ ਨਾਲ ਵੀ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ TV ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਅਸੀਂ ਲਗਾਤਾਰ ਜਾ ਕੇ ਜਿਹੜੇ ਕਿਸਾਨ ਆਗੂ ਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਦੇ ਪਰਿਵਾਰ ਦੀ ਜਿਹੜਾ ਇੱਕ ਆਗੂ ਜਦੋਂ ਦਿੱਲੀ ਬੈਠਿਆ ਤੇ ਉਸ ਤੋਂ ਪਿੱਛੇ ਉਹਦੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਤੇ ਮੈਂ ਜਦੋਂ ਗੱਲ ਕਰੂੰਗਾ ਹਰਮੀਤ ਸਿੰਘ ਕਾਦੀਆਂ ਦੀ, ਤਾਂ ਕਿੰਨਾ ਕੁ ਪਰਿਵਾਰ ਦਾ ਸਹਿਯੋਗ ਰਿਹਾ ਹੁਣ ਤੱਕ? ਪਰਿਵਾਰ ਦਾ ਸਹਿਯੋਗ ਤਾਂ ਦੇਖੋ ਜੀ, ਕੋਈ ਵੀ ਬੰਦਾ ਕਿਸੇ ਚੀਜ਼ ਵਾਸਤੇ ਵੀ ਘਰੋਂ ਨਿਕਲਦਾ, ਜਿੰਨੀ ਦੇਰ ਪਰਿਵਾਰ ਦਾ ਸਹਿਯੋਗ ਨਹੀਂ ਹੋਊਗਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਸੋ ਆਫ ਐਂਡ ਔਨ ਕਿਤੇ ਨਾ ਕਿਤੇ ਫੈਮਿਲੀ ਸਪੋਰਟ ਬੜੀ ਜ਼ਰੂਰੀ ਹੁੰਦੀ ਹੈ ਪਿੱਛੋਂ। ਸੋ ਉਹ ਉਹਨਾਂ ਨੂੰ ਪੂਰੀ ਸਪੋਰਟ ਹੈ ਜੀ, ਸਾਡੇ ਵੱਲੋਂ ਪੂਰੀ ਸਪੋਰਟ ਹੈ ਉਹਨਾਂ ਨੂੰ। ਮੈਂ ਜਿੱਦਾਂ ਗੱਲ ਕਰ ਰਿਹਾ ਸੀ ਕਿ ਪਰਿਵਾਰ ਸ਼ੁਰੂ ਤੋਂ ਕਿਸਾਨ ਅੰਦੋਲਨਾਂ ਦੇ ਨਾਲ ਕਿਸਾਨ ਯੂਨੀਅਨਾਂ ਨਾਲ ਜੁੜਿਆ ਰਿਹਾ ਹੈ, ਤੇ ਸਭ ਤੋਂ ਪਹਿਲਾਂ ਯੂਨੀਅਨ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਬਣੀ ਸੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਕਿੱਦਾਂ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਏ ਹੋ? ਕੀ ਇਹੋ ਜਿਹੇ ਮਸਲੇ ਸੀ ਕਿਸਾਨਾਂ ਦੇ ਜਦੋਂ ਤੁਸੀਂ ਇਸ ਫੈਮਿਲੀ ਦੇ ਵਿੱਚ ਵਿਆਹ ਕੇ ਆਏ ਹੋਵੋਗੇ? ਕਿਸ ਤਰੀਕੇ ਦੇ ਨਾਲ ਇਸ ਫੈਮਿਲੀ ਨੂੰ ਕਿਸਾਨਾਂ ਦੇ ਪ੍ਰਤੀ ਜਿਹੜੇ ਉਹਨਾਂ ਦੇ ਮੁੱਦੇ ਚੱਕਦੇ ਹੋਏ ਦੇਖਦੇ ਰਹੇ ਹੋਵੋਗੇ? ਕੀ ਯਾਦ ਕੀ ਆਉਂਦਾ ਜਦੋਂ ਪਿੱਛੇ ਝਾਤ ਮਾਰਦੇ ਹੋ ਅੱਜ? ਜਦੋਂ ਮੇਰੀ ਮੈਰਿਜ ਹੋਈ ਜੀ, ਉਹ ਜੋ ਮੈਂ ਆਪਣੇ ਫਾਦਰ ਇਨ ਲਾਅ ਨੂੰ ਵੇਖਦੀ ਹੁੰਦੀ ਸੀ ਜੀ, ਬਹੁਤ ਐਕਟਿਵ ਸੀਗੇ, ਤੇ ਉਹਨਾਂ ਨੇ ਸਵੇਰੇ ਆਪਦਾ ਟਾਈਮ ਨਾਲ 8 ਵਜੇ ਨੂੰ ਨਿਕਲ ਜਾਣਾ ਜੀ, ਸ਼ਾਮ ਨੂੰ ਆਉਣਾ, ਤੇ ਆ ਕੇ ਜਦੋਂ ਉਹਨਾਂ ਨੇ ਘਰੇ ਵੀ ਬੈਠ ਕੇ ਗੱਲਾਂ ਕਰਨੀਆਂ ਤਾਂ ਲੋਕਾਂ ਦੀਆਂ ਕਿਸਾਨੀ ਮਸਲੇ ਦੀ ਗੱਲ ਹੀ ਕਰਨੀ ਕਿ ਜਿਹੜੀ ਕਿਸਾਨੀ ਆ ਵੀ ਇਹ ਡੁੱਬਦੀ ਜਾ ਰਹੀ ਹੈ, ਇਹਨੂੰ ਬਾਹਰ ਕੱਢਣ ਵਾਸਤੇ ਬਹੁਤ ਮਤਲਬ ਉਪਰਾਲੇ ਦੀ ਲੋੜ ਹੈ। ਸਰਕਾਰਾਂ ਨੂੰ ਬਹੁਤ ਉਪਰਾਲਾ ਕਰਨਾ ਚਾਹੀਦਾ ਜੋ ਨਹੀਂ ਹੋ ਰਿਹਾ। ਉਸ ਟਾਈਮ ਵੀ ਉਹੀ ਗੱਲਾਂ ਕਰਦੇ ਹੁੰਦੇ ਸੀ ਜੀ। ਉਦੋਂ ਵੀ ਉਹਨਾਂ ਨੇ ਕਹਿਣਾ ਕਿ ਜਿਹੜੀ MSP ਆ ਇਹਦੀ ਗਰੰਟੀ ਦੇਣੀ ਚਾਹੀਦੀ ਹੈ ਸਰਕਾਰ ਨੂੰ, ਤਾਂ ਕਿ ਕਿਸਾਨੀ ਬਚ ਸਕੇ। ਸਾਡਾ ਜਿਹੜਾ ਯੂਥ ਹੈ ਉਸ ਟਾਈਮ ਉਹ ਕਹਿੰਦੇ ਹੁੰਦੇ ਸੀ ਕਿ ਬਾਹਰ ਨਹੀਂ ਜਾਊਗਾ ਜੇ ਇੱਥੇ ਆਪਣੇ ਕੋਲ ਕਾਰੋਬਾਰ ਹੋਣਗੇ। ਸੋ ਉਹ ਚੀਜ਼ਾਂ ਉਹ ਚਲੇ ਵੀ ਗਏ, ਤਾਂ ਅੱਜ ਅਸੀਂ ਉਹ ਚੀਜ਼ ਦਾ ਨਤੀਜਾ ਵੇਖ ਰਹੇ ਹਾਂ ਕਿ ਆਪਣੀ ਜਿਹੜੀ ਕਿਸਾਨੀ ਉਹ ਵਾਕਈ ਡੁੱਬ ਗਈ ਹੈ ਜੀ। ਸੁਸਾਈਡ ਰੇਟ ਬਹੁਤ ਜ਼ਿਆਦਾ, ਆਪਣੇ ਕਰਜ਼ਾ ਬਹੁਤ ਜ਼ਿਆਦਾ। ਸੋ ਯੂਥ ਬਾਹਰ ਜਾ ਰਿਹਾ, ਕੰਮ ਕੋਈ ਹੈ ਨਹੀਂ ਗਾ ਜੀ। ਤੇ ਜਿੰਨੀ ਦੇਰ ਆਪਾਂ ਮਤਲਬ ਇੱਥੇ ਹੀ ਕੋਈ ਓਪਰਚੁਨਿਟੀਜ਼ ਨਹੀਂ ਡਿਵੈਲਪ ਕਰਾਂਗੇ ਪੰਜਾਬ ਦੇ ਵਿੱਚ ਹੀ, ਤੇ ਉਨੀ ਦੇਰ ਕਿਸਾਨੀ ਦਾ ਕੁਝ ਨਹੀਂ ਹੋ ਸਕਦਾ ਜੀ। ਤੁਸੀਂ ਕਿਹਾ ਕਿ ਬਹੁਤ ਸਾਰੀ ਜਿਹੜੀ ਨੌਜਵਾਨੀ ਆ ਅੱਜ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ, ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ, ਤੇ ਤੁਸੀਂ ਉਹਦਾ ਤਰਕ ਦੇ ਆ। ਤੇ ਮੈਂ ਜਦੋਂ ਗੱਲ ਕੀਤੀ ਸੀ ਹਰਮੀਤ ਜੀ ਹੋਰਾਂ ਨਾਲ ਗੱਲਬਾਤ ਕੀਤੀ ਸੀ, ਤਾਂ ਉਹ ਕਹਿੰਦੇ ਸੀ ਮੈਂ ਆਪਣੇ ਬੇਟੇ ਨੂੰ ਕਿਸਾਨ ਬਣਾਉਣਾ ਚਾਹੁੰਦਾ। ਤੇ ਕੀ ਸੁਪਨਾ ਕੀ ਹੈ ਉਹਨਾਂ ਦਾ ਕਿ ਕਿਸਾਨ ਬਣਾਉਣਾ? ਕਿਉਂ ਉਹਨਾਂ ਨੇ ਸੋਚਿਆ ਕਿ ਬਹੁਤ ਸਾਰੇ ਜੇ ਘਰ ਚੰਗਾ ਕਾਰੋਬਾਰ ਹੋਵੇ ਤਾਂ ਉਹ ਵੀ ਬਾਹਰ ਹੀ ਭੇਜ ਦਿੰਦੇ ਨੇ ਵੀ ਚਲੋ ਇੱਥੇ ਕੀ ਰੱਖਿਆ ਜੇ ਬਾਹਰ ਚੱਲ ਜੇ। ਉਹਨਾਂ ਨੇ ਕਿਉਂ ਸੋਚਿਆ ਕਿ ਰਿਦੇ ਪ੍ਰਤਾਪ ਨੂੰ ਇੱਕ ਖੇਤੀ ਦੇ ਨਾਲ ਜੋੜਿਆ ਜਾਵੇ, ਇੱਕ ਕਿਸਾਨ ਬਣਾਇਆ ਜਾਵੇ? ਉਹ ਆਪ ਖੁਦ ਬਹੁਤ ਜਿਹੜੀ ਖੇਤੀ ਹੈ ਨਾ ਜੀ ਉਹ ਖੁਦ ਕਰਦੇ ਨੇ, ਤੇ ਉਹਨਾਂ ਨੂੰ ਸ਼ੁਰੂ ਤੋਂ ਆਪਣੇ ਖੇਤਾਂ ਨਾਲ, ਆਪਦੀ ਫਸਲ ਨਾਲ ਬੜਾ ਲਗਾਵ ਹੈ। ਸ਼ੁਰੂ ਤੋਂ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਮੇਰਾ ਬੱਚਾ ਜੇ ਜ਼ਮੀਨ ਜਾਇਦਾਦ ਪਰਮਾਤਮਾ ਨੇ ਦਿੱਤੀ ਹੈ ਤਾਂ ਉਹ ਇਹਦੀ ਦੇਖਭਾਲ ਕਰੇ। ਸੋ ਉਹ ਅੱਗੇ ਬੱਚੇ 'ਚ ਵੀ ਉਹੀ ਜੀਨਸ ਨੇ ਜੀ, ਉਹ ਬਹੁਤ ਖੁਸ਼ ਹੋ ਕੇ ਕਰਦਾ, ਦਿਲ ਲਾ ਕੇ ਕਰਦਾ। ਕੋਈ ਵੀ ਗੱਲ ਹੁੰਦੀ ਆ ਉਹਨੂੰ ਸਮਝਾ ਦਿੰਦੇ ਆ, ਤੇ ਉਹ ਪੂਰੀ ਉਹਨਾਂ ਨੂੰ ਮਤਲਬ ਉਹ ਉਸ ਟਾਈਮ ਅੱਜ ਦੀ ਡੇਟ 'ਚ ਮੈਂ ਇਹ ਕਹਿ ਸਕਦੀ ਹਾਂ ਜੀ ਕਿ ਜੇ ਉਹ ਉੱਥੇ ਸਿੰਘੂ ਬੈਠੇ ਨੇ ਤਾਂ ਬਿਲਕੁਲ ਬੇਫਿਕਰ ਬੈਠੇ ਨੇ। ਉਹਨਾਂ ਨੂੰ ਪਤਾ ਵੀ ਮੇਰਾ ਪਿੱਛੋਂ ਕੰਮ ਚੱਲ ਰਿਹਾ। ਰਿਦੇ ਨੂੰ ਪੁੱਛਣਾ ਚਾਹਾਂਗੇ, ਰਿਦੇ ਕਿਸਾਨ ਯੂਨੀਅਨਾਂ ਦੇ ਵਿੱਚ ਕਿੰਨਾ ਕੁ ਇੰਟਰਸਟ ਹੈ? ਕਿੰਨੇ ਕੁ ਕਿਸਾਨੀ ਮਸਲੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਜੋੜ ਕੇ ਦੇਖਦੇ ਹੋ? ਕਿੰਨਾ ਕੁ ਇੰਟਰਸਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਕਿਸਾਨ ਯੂਨੀਅਨ ਦੇ ਜਿੱਦਾਂ ਬਾਪੂ ਜੀ ਕੰਮ ਕਰਦੇ ਨੇ ਇੱਦਾਂ ਹੀ ਕੰਮ ਕਰੋਗੇ? ਸਟਾਰਟਿੰਗ ਤੋਂ ਪ੍ਰੋਸੀਜਰ ਚੱਲ ਰਿਹਾ, ਅੱਗੇ ਕੰਟੀਨਿਊ ਕਰਾਂਗੇ। ਹਾਂਜੀ। ਸੋ ਬਿਲਕੁਲ ਇੱਧਰ ਉਹਨਾਂ ਦੇ ਬੇਟੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤੇ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਤੋਂ ਜਿਹੜੀ ਡਿਗਰੀ ਉਹ ਕਰ ਰਹੇ ਹੋ, ਖੇਤੀ ਬਾਰੇ ਕੀ ਸੋਚਦੇ ਹੋ ਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਇਹ ਕਾਨੂੰਨ ਆਏ ਨੇ, ਜਾਂ ਇੱਕ ਤੁਸੀਂ ਉਸ ਡਿਗਰੀ ਨੂੰ ਲੈ ਰਹੇ ਹੋ, ਕਿ ਖੇਤੀ ਕਾਨੂੰਨਾਂ ਨੂੰ ਕਿੱਦਾਂ ਦੇਖ ਰਹੇ ਹੋ, ਖੇਤੀ ਦੇ ਮਸਲਿਆਂ ਨੂੰ ਕਿੱਦਾਂ ਦੇਖਦੇ ਹੋ?
ਮੈਂ ਜੀ 3rd ਈਅਰ 'ਚ ਆਮ ਡੂਇੰਗ BSc ਤੇ ਓਬਵੀਅਸਲੀ ਹੁਣ ਜਿੰਨਾ ਰੇਟ ਸਾਡੇ ਯੂਥ ਦਾ ਬਾਹਰ ਜਾ ਰਿਹਾ, ਸਾਰੇ ਅਸੀਂ ਦੇਖਦੇ ਹਾਂ ਵੀ ਐਗਰੀਕਲਚਰ ਛੱਡ ਕੇ ਬਾਹਰ ਜਾ ਰਹੇ ਆ, ਹੈ ਨਾ, ਸਾਰੇ ਆਪਦੀ ਜ਼ਮੀਨਾਂ ਵੇਚ ਕੇ ਆ ਕੁਛ, ਬਟ ਆਹ ਪ੍ਰੋਟੈਸਟ ਤੇ ਮਤਲਬ ਅਕੋਰਡਿੰਗਲੀ ਆਪਾਂ ਦੇਖਿਆ ਵੀ ਕਿੰਨਾ ਯੂਥ ਬੈਠਾ ਵੀ ਹੈ ਇੱਥੇ। ਉਹ ਦੇਖ ਕੇ ਬੜੀ ਖੁਸ਼ੀ ਹੋਈ ਵੀ ਇੰਨਾ ਯੂਥ ਅਜੇ ਉਹਨਾਂ ਨੂੰ ਪਤਾ ਵੀ ਬਿਲਸ ਆ ਗਏ ਤਾਂ ਸਾਡਾ ਅੱਗੇ ਹੋਰ ਫਿਊਚਰ ਨਹੀਂ ਰਹਿਣਾ। ਜਿੰਨੇ ਚਲੇ ਗਏ ਹੈ ਨਾ, ਉਹ ਵੀ ਪੂਰੀ ਆਪਦੀ ਸਪੋਰਟ ਦੇ ਰਹੇ ਨੇ ਵੀ ਜਿੰਨੇ ਵੀ ਚਲੋ ਸੋਸ਼ਲ ਮੀਡੀਆ ਦੇ ਥਰੂ ਜਿੰਨੇ ਵੀ ਉਹਨਾਂ ਕੋਲ ਪਲੈਟਫਾਰਮਸ ਨੇ। ਸੋ ਓਬਵੀਅਸਲੀ ਉਹਨਾਂ ਨੂੰ ਪਤਾ ਕਿ ਬਿਲਸ ਗਲਤ ਨੇ, ਤਾਂ ਹੀ ਉੱਥੇ ਬਾਰਡਰਸ ਤੇ ਬੈਠੇ ਨੇ। ਅੱਜ ਤੁਹਾਡੇ ਪਾਪਾ ਜੀ ਦਿੱਲੀ ਧਰਨੇ ਦੇ ਉੱਤੇ ਬੈਠੇ ਨੇ, ਆਏ ਨੇ ਘਰੇ ਕਦੇ? ਫੋਨ ਤੇ ਗੱਲਬਾਤ ਹੋ ਜਾਂਦੀ ਹੈ? ਫੋਨ ਤੇ ਤਾਂ ਜਮਾ ਵੀ ਨਹੀਂ, ਮੰਮਾ ਨਾਲ ਹੋ ਜਾਂਦੀ ਹੈ ਜਦੋਂ ਨੂੰ ਚਲੋ ਕੰਮ ਕਰਕੇ, ਹੈ ਨਾ, ਫੋਨ ਆ ਜਾਂਦਾ। ਮੇਰੇ ਨਾਲ ਤਾਂ ਜਮਾ ਹੀ ਕੱਟ ਆਫ ਹੈ। ਇੱਕ ਵਾਰ ਆਏ ਨੇ, ਉਹਨਾਂ ਦਾ ਕੋਈ ਭੋਗ ਸੀਗਾ ਇੱਥੇ ਪ੍ਰਧਾਨ ਦਾ, ਤਾਂ ਉਦੋਂ ਆਏ ਸੀਗੇ। ਹਾਂਜੀ, ਕਹਿੰਦੇ ਬਾਪ ਧੀ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ, ਸਭ ਤੋਂ ਨੇੜ ਵਾਲਾ ਰਿਸ਼ਤਾ ਹੁੰਦਾ। ਤੇ ਕਿੰਨਾ ਕੁ ਯਾਦ ਕਰਦੇ ਹੋ ਅੱਜ ਉਹਨਾਂ ਨੂੰ? 3 ਮਹੀਨੇ ਤੋਂ ਜਿਹੜੇ ਵਧੇਰੇ ਸਮਾਂ ਹੋ ਗਿਆ, ਕਿੰਨਾ ਕੁ ਯਾਦ ਆਉਂਦੀ ਉਹਨਾਂ ਦੀ? ਹਾਂਜੀ, ਇੰਨਾ ਟਾਈਮ ਕਦੇ ਨਾ ਦੂਰ ਰਹੇ ਨਹੀਂ ਗੇ। ਮੇਰੀ ਸਭ ਤੋਂ ਜ਼ਿਆਦਾ ਬੌਂਡਿੰਗ ਹੀ ਫਾਦਰ ਨਾਲ ਹੈ ਤੇ ਕਾਫੀ ਉਦੋਂ ਐਂ ਹੁੰਦਾ ਵੀ ਜਦੋਂ ਜਿਵੇਂ ਇਹਨਾਂ ਦੋਨਾਂ ਦੀ ਟੀਮ ਹੈ ਤਾਂ ਮੈਨੂੰ ਐਂ ਹੁੰਦਾ ਵੀ ਪਾਪਾ ਕਿਉਂ ਨਹੀਂ ਹੈਗੇ ਨਾ, ਤੇ ਤਾਂ ਮੈਂ ਸ਼ਿਕਾਇਤਾਂ ਵੀ ਕਈ ਵਾਰ ਲਾ ਦਿੰਦੀ ਹੁੰਦੀ ਵੀ ਮੇਰੇ ਨਾਲ ਐਂ ਕਰਦੇ ਆ। ਓਬਵੀਅਸਲੀ ਮਿਸ ਕਰਦੇ ਆ, ਪਰ ਚਲੋ ਸਾਡੇ ਇਕੱਲਿਆਂ ਦੇ ਨਹੀਂ, ਸਾਰਿਆਂ ਦੇ ਫਾਦਰਸ ਉੱਥੇ ਬੈਠੇ ਨੇ, ਬ੍ਰਦਰਸ ਬੈਠੇ ਨੇ, ਸੋ ਸਾਡੇ ਵੱਲੋਂ ਸਪੋਰਟ ਹੈ ਪੂਰੀ। ਕਿੱਦਾਂ ਦੇਖਦੇ ਹੋ ਕਿ ਤੁਸੀਂ ਜਦੋਂ ਉਹਨਾਂ ਨੂੰ ਇੱਕ ਕਿਸਾਨ ਆਗੂ ਦੇ ਤੌਰ ਦੇ ਉੱਤੇ ਦੇਖਦੇ ਹੋਗੇ ਕਿ ਲਗਾਤਾਰ ਉਹਨਾਂ ਨਾਲ ਬੜਾ ਕੈਡਰ ਹੈਗਾ, ਜੁੜੇ ਹੋਏ ਨੇ ਲੋਕ, ਕਦੇ ਇੱਦਾਂ ਹੁੰਦਾ ਕਿ ਪਰਿਵਾਰ ਨੂੰ ਨਾ ਸਮਾਂ ਦੇ ਕੇ ਲੋਕਾਂ ਦੇ ਜਿਹੜੇ ਮਸਲੇ ਹੁੰਦੇ ਨੇ, ਕਦੇ ਕਿਸੇ ਦੀ ਜ਼ਮੀਨ ਦੇ ਉੱਤੇ ਕੋਈ ਗੱਲਬਾਤ ਹੁੰਦੀ ਆ, ਉੱਧਰ ਚਲੇ ਗਏ, ਤੁਹਾਨੂੰ ਘੱਟ ਸਮਾਂ ਦਿੰਦੇ, ਕਦੇ ਇਹੋ ਜਿਹੀ ਸ਼ਿਕਾਇਤ ਤੁਹਾਨੂੰ ਰਹੀ ਉਹਨਾਂ ਤੋਂ? ਨਹੀਂ, ਬਿਕੋਜ਼ ਮੈਨੂੰ ਆਪ ਨੂੰ ਚੰਗਾ ਲੱਗਦਾ। ਉਹ ਘਰੇ ਆ ਕੇ ਵੀ ਨਿੱਕੀਆਂ ਨਿੱਕੀਆਂ ਸਟੋਰੀਜ਼ ਮੈਨੂੰ ਦੱਸਦੇ ਰਹਿੰਦੇ ਆ ਵੀ ਹਾਂਜੀ ਇਹਦੇ ਨਾਲ ਐਂ ਹੋ ਗਿਆ, ਉਹਦੇ ਫਾਦਰ ਨਾਲ ਐਂ ਹੋ ਗਿਆ, ਉਹਨੇ ਸੁਸਾਈਡ ਕਰ ਲਈ। ਤਾਂ ਮੈਨੂੰ ਆਪ ਨੂੰ ਚੰਗਾ ਲੱਗਦਾ ਵੀ ਚਲੋ ਪਾਪਾ ਜਾਂਦੇ ਨੇ ਉਹਨਾਂ ਕੋਲ, ਸਾਨੂੰ ਕਦੇ ਐਂ ਨਹੀਂ ਲੱਗਿਆ ਵੀ ਸਾਨੂੰ ਟਾਈਮ ਨਹੀਂ ਦਿੰਦੇ ਆ ਕੁਛ। ਤੁਸੀਂ ਸੋਚਿਆ ਕਿ ਕਦੇ ਬਾਹਰ ਜਾ ਕੇ, ਵਿਦੇਸ਼ ਜਾ ਕੇ ਪੜ੍ਹਾਈ ਕਰੋਗੇ ਜਾਂ ਫਿਰ ਇੱਥੇ ਹੀ ਜਿਹੜਾ ਪੜ੍ਹ ਕੇ ਆਪਣੇ ਜਿਹੜੇ ਕਿਸਾਨਾਂ ਦੀ ਜੂਨ ਆ ਉਸ ਨੂੰ ਸੁਧਾਰਨ ਦੇ ਲਈ ਕੋਈ ਯਤਨ ਕਰੋਗੇ? ਓਬਵੀਅਸਲੀ ਬਿਕੋਜ਼ ਹੁਣ ਵੀ ਮੈਂ ਐਗਰੀਕਲਚਰ ਯੂਨੀਵਰਸਿਟੀ 'ਚੋਂ ਹਾਂ, ਸੋ ਮੈਨੂੰ ਹੈਗਾ ਵੀ ਮੈਂ ਇੱਥੇ ਹੀ ਰਹਿ ਕੇ ਕੁਛ ਕਰਾਂ, ਬਟ ਬਾਕੀ ਦੇਖੋ ਫਿਊਚਰ ਕਿੱਥੇ ਕੀ ਬਣਦਾ। ਮੇ ਬੀ ਬਾਹਰ ਪੜ੍ਹ ਕੇ ਇੱਥੇ ਵਾਪਸ ਆ ਜਾ। ਸੋ ਹਾਂਜੀ। ਇਹਦੇ ਤੁਹਾਡਾ ਹੈਗਾ ਇੰਟਰਸਟ ਬਾਹਰ ਜਾਣ ਦਾ? ਨਹੀਂ। ਖੇਤੀ ਕਰਨੀ ਹੈ? ਹਾਂਜੀ। ਸੋ ਮੈਡਮ ਤੁਹਾਨੂੰ ਪੁੱਛਦੇ ਹਾਂ ਕਿ ਕਿੰਨੀ ਕੁ ਸਾਂਭੀ ਹੋਈ ਹੈ ਰਿਦੇ ਨੇ ਖੇਤੀ? ਕਿੰਨੇ ਕੁ ਦਿਲ ਨੂੰ ਤਸੱਲੀ ਮਿਲਦੀ ਹੈ ਕਿ ਚਲੋ ਉਮਰ ਛੋਟੀ ਹੈ ਪਰ ਮੈਂ ਕਹਿੰਦਾ ਬਰਾਬਰ ਲੱਗਿਆ ਹੋਇਆ ਹੈਗਾ? ਨਹੀਂ, ਉਹਨੇ ਸਾਰੀ ਸਾਂਭੀ ਹੈ ਜੀ, ਸਾਰੀਆਂ ਸਪਰੇਆਂ, ਬਾਗ ਦੀਆਂ, ਕਣਕ ਦੀਆਂ, ਜੋ ਕੁਝ ਵੀ ਸੀ ਸਾਰਾ ਕੁਝ ਇਹਨੇ ਹੀ ਵੇਖਿਆ ਜੀ। ਇੱਥੇ ਵੀ ਦੇਖਿਆ, ਰਾਮਰਾਜ ਵੀ ਸਾਡਾ ਫਾਰਮ ਹੈ UP, ਉੱਥੇ ਵੀ ਇਹਨੇ ਹੀ ਦੇਖਿਆ ਜੀ। ਹਾਂਜੀ। ਇੱਕ ਮਿੰਟ, ਉਹ ਗੱਲ ਦੱਸੋ ਕਿ ਜਦੋਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੋਏਗੀ, ਕੀ ਗੱਲਬਾਤ ਹੁੰਦੀ ਹੈ? ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੋ ਕਿ ਕਿਸ ਮੁੱਦੇ ਬਾਰੇ ਗੱਲਬਾਤ ਹੁੰਦੀ ਹੈ? ਪਰਿਵਾਰਕ ਮਸਲਿਆਂ ਬਾਰੇ ਗੱਲਬਾਤ ਹੁੰਦੀ ਹੈ ਜਾਂ ਸਿਰਫ ਕੰਮ ਲਈ ਫੋਨ ਕਰਦੇ ਨੇ? ਨਹੀਂ, ਸਿਰਫ ਕੰਮ ਲਈ ਫੋਨ ਕਰਦੇ ਆ ਜੀ। ਬਹੁਤ ਥੋੜਾ ਟਾਈਮ ਹੁੰਦਾ, 2-2 3-3 ਦਿਨ ਨਿਕਲ ਜਾਂਦੇ ਨੇ। ਫਿਰ ਜਦੋਂ ਕੁਝ ਲੱਗਦਾ ਕਿ ਬੱਚੇ ਨੂੰ ਨਹੀਂ ਕੁਝ ਪਤਾ ਲੱਗ ਰਿਹਾ, ਫਿਰ ਉਹ ਸਿਰਫ 2 ਮਿੰਟ ਲਈ ਕਾਲ ਕਰਦੇ ਨੇ ਕਿ ਆਹ ਪੇਮੈਂਟ ਕਰ ਦਿਓ, ਆਹ ਸਪਰੇ ਮੰਗਾ ਲਿਓ, ਆਹ ਚੀਜ਼ ਐਂ ਕਰ ਦਿਓ, ਬਸ ਉਨੀ ਕੁ, ਹੋਰ ਕੁਝ ਨਹੀਂ। ਸ਼ੁਰੂ ਤੋਂ ਕਿਸਾਨ ਯੂਨੀਅਨਾਂ ਵਾਲਾ ਪਰਿਵਾਰ ਰਿਹਾ ਹੈਗਾ, ਸ਼ੁਰੂ ਤੋਂ 3 ਪੀੜ੍ਹੀਆਂ ਤੋਂ ਲਗਾਤਾਰ ਯੂਨੀਅਨ ਦੇ ਪ੍ਰਧਾਨ ਰਹੇ ਨੇ, ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਹਰਮੀਤ ਜੀ ਦੇ ਵਿੱਚ? ਕੀ ਤੁਹਾਨੂੰ ਖਾਸੀਅਤ ਕੀ ਨਜ਼ਰ ਆਉਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀਆਂ ਦੇ ਵਿੱਚ ਵੀ ਜ਼ਰੂਰ, ਮੈਂ ਕਹਿੰਦਾ ਜਿਹੜੇ ਉਹਨਾਂ ਦੇ ਦਾਦਾ ਜੀ ਸੀ, ਪੜਦਾਦਾ ਜੀ ਸੀ, ਉਹਨਾਂ ਦੇ ਵਿੱਚ ਵੀ ਜ਼ਰੂਰ ਕੋਈ ਖੂਬੀਆਂ ਹੋਣਗੀਆਂ ਤਾਂ ਹੀ ਲੋਕ ਇੰਨੇ ਜੁੜੇ ਹੋਏ ਨੇ, ਹਰਮੀਤ ਦੇ ਵਿੱਚ ਕੀ ਦੇਖਦੇ ਹੋਗੇ? ਕਿ ਉਹਨਾਂ ਦੇ ਵਿੱਚ ਕੀ ਖੂਬੀ ਕੀ ਹੈ? ਬਹੁਤ ਓਨੈਸਟ ਹੈ ਜੀ। ਹੀ ਇਜ਼ ਵੈਰੀ ਓਨੈਸਟ, ਵੈਰੀ ਕਲੀਅਰ ਹਾਰਟਡ ਪਰਸਨ। ਮੈਂ ਆਪਦੀ ਲਾਈਫ ਦੇ ਵਿੱਚ ਕੋਈ ਬੰਦਾ ਇੰਨਾ ਪੈਸ਼ਨੇਟਲੀ ਆਪਦੀ ਕਮਿਊਨਿਟੀ ਲਈ ਕੰਮ ਕਰਦਾ ਨਹੀਂ ਵੇਖਿਆ। ਉੱਥੇ ਵੀ ਬੈਠੇ ਨੇ ਤਾਂ ਕਈ ਵਾਰ ਜਦੋਂ ਇੱਥੇ ਘਰੇ ਆਉਂਦੇ ਤਾਂ ਜਿਵੇਂ ਐਜ਼ ਅ ਵਾਈਫ ਆਪਾਂ ਕਈ ਵਾਰ ਬੈਠੇ ਬੈਠੇ ਕਹੀ ਦਿੰਦੇ ਆ ਕਿ ਚਲੋ ਦੇਖ ਲਓ, ਕਰ ਲਓ, ਹੈ ਨਾ, ਤਾਂ ਹੀ ਆਲਵੇਜ਼ ਸੇਜ਼ ਕਿ ਨਾ, ਕਿ ਖ਼ਤਮ ਕਰਕੇ ਵਾਪਸ ਕਰਾ ਕੇ ਫਿਰ ਅਸੀਂ ਵਾਪਸ ਆਵਾਂਗੇ, ਇਦੋਂ ਇਲਾਵਾ ਕੋਈ ਰਾਹ ਨਹੀਂਗਾ। ਕਿਉਂਕਿ ਉਹਨਾਂ 'ਚ ਪੈਸ਼ਨ ਬਹੁਤ ਹੈ ਜੀ। ਫਾਰਮਿੰਗ ਵੀ ਸਾਰੀ ਉਹ ਆਪ ਕਰਦੇ ਨੇ, ਕੋਈ ਆਏ ਨਹੀਂਗਾ ਕਿ ਜੇ ਆਪਾਂ ਕਹੀਏ ਕਿ ਫਾਰਮਿੰਗ ਬੰਦੇ ਰੱਖੇ ਆ ਜੀ ਜਾਂ ਠੇਕੇ ਦਿੱਤੀ ਹੈ, ਨਹੀਂ। ਸਾਡਾ ਫਾਰਮ ਮੋਗੇ ਵੀ ਹੈ, ਇੱਥੇ ਵੀ ਕਾਦੀਆਂ ਵੀ ਫਾਰਮ ਹੈ, ਰਾਮਰਾਜ ਵੀ ਫਾਰਮ ਹੈ, ਫਾਰਮਿੰਗ ਸਾਰੀ ਆਪ ਕਰਦੇ ਨੇ। ਕਹਿੰਦੇ ਸੀ ਜਿਹੜੇ ਉਹਨਾਂ ਦੇ ਦਾਦਾ ਜੀ ਸੀ, ਕਹਿੰਦੇ ਉਹ ਬੜੇ ਗਰਮ ਸੁਭਾਅ ਦੇ ਸੀਗੇ, ਤੇ ਕਹਿੰਦੇ ਮੇਰੇ ਜਿਹੜੇ ਪਾਪਾ ਸੀਗੇ ਉਹ ਬੜੇ ਨਰਮ ਜੀ ਸੀਗੇ, ਤੇ ਮੈਂ ਬੜਾ ਮਿਕਸਚਰ ਜਿਹਾ ਆਇਆ। ਤੇ ਉਹ ਕਿੰਨੇ ਕੁ ਨਰਮ ਗਰਮ ਨੇ? ਨਰਮ ਹੀ ਨੇ ਜੀ, ਸਾਲ 'ਚ ਕਿਤੇ 1 ਅੱਧੀ ਵਾਰ ਗੁੱਸਾ ਆਉਂਦਾ, ਤੇ ਪਰ ਅਦਰਵਾਈਜ਼ ਬਹੁਤ ਕਾਮ ਨੇ, ਬਹੁਤ ਸੋਚ ਸਮਝ ਕੇ ਕੋਈ ਫੈਸਲੇ ਲੈਂਦੇ ਆ ਤਾਂ ਬੜੇ ਉਹਦੇ ਤੇ ਖੜ ਜਾਂਦੇ ਨੇ। ਐ ਨਹੀਂ ਕਿ ਆਪਾਂ ਤੁਹਾਨੂੰ ਕੁਝ ਕਹਿਤਾ, ਮੈਨੂੰ ਕੁਝ ਕਹਿਤਾ ਤੇ ਮੁੜ ਕੇ ਵਿੱਚ ਵਿਚਾਲਾ ਜਿਹਾ ਰਾਹ ਕੱਢ ਕੇ ਨਿਕਲ ਗਏ, ਨਹੀਂ। ਕੀ ਲੱਗਦਾ ਕਿ ਜਿਹੜੇ ਹੁਣ 3 ਖੇਤੀ ਕਾਨੂੰਨਾਂ ਦੀ ਲੜਾਈ ਉਹ ਵਿੱਢ ਕੇ ਬੈਠੇ ਨੇ ਦਿੱਲੀ, ਉਸ ਤੋਂ ਘੱਟ ਆ ਜਾਣਗੇ ਵਾਪਸ ਜਾਂ ਕੋਈ ਸਮਝੌਤਾ ਕਰਕੇ ਆ ਜਾਣਗੇ ਵਾਪਸ? ਨਹੀਂ, ਸਮਝੌਤਾ ਤਾਂ ਪੋਸੀਬਲ ਹੀ ਨਹੀਂਗਾ ਜੀ, ਇਹਨਾਂ ਵੱਲੋਂ ਤਾਂ ਨਹੀਂ ਪੋਸੀਬਲ, ਉਹ ਮੈਂ ਗਰੰਟੀ ਦਿੰਦੀ ਆ, ਬਾਕੀ ਪਤਾ ਨਹੀਂ। 3 ਵਾਪਸ ਕਰਾ ਕੇ ਫਿਰ ਵਾਪਸ ਆਉਣਗੇ ਜੀ।
ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈਗਾ ਤੁਹਾਡੇ ਨਾਲ ਜਦੋਂ ਘਰ ਹੁੰਦੇ ਨੇ, ਤਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਚਰਦੇ ਨੇ, ਪਰਿਵਾਰ ਦੇ ਨਾਲ ਕਿਸ ਤਰੀਕੇ ਨਾਲ ਵਿਚਰਦੇ ਨੇ? ਘਰੇ ਤਾਂ ਜੀ ਕਾਫੀ ਕਾਮ ਹੁੰਦੇ ਨੇ, ਪੂਰਾ ਮਤਲਬ ਮੈਂ ਤੇ ਪਾਪਾ ਤਾਂ ਕਾਫੀ ਜ਼ਿਆਦਾ ਫਨ ਕਰਦੇ ਹਾਂ ਅਸੀਂ, ਜਿਵੇਂ ਇਹਨੂੰ ਛੇੜ ਲਿਆ, ਕਦੇ ਮੰਮਾ ਨੂੰ ਛੇੜ ਲਿਆ। ਸੋ ਘਰੇ ਤਾਂ ਬਹੁਤ ਜ਼ਿਆਦਾ ਕਾਮ ਹੈ, ਲਾਈਕ ਬਹੁਤ ਫਨ ਜਿਹਾ ਹੁੰਦਾ ਮਾਹੌਲ ਜਦੋਂ ਹੁੰਦੇ ਨੇ ਘਰੇ। ਹੁਣ ਓਬਵੀਅਸਲੀ ਮਿਸ ਕਰਦੇ, ਇੰਨਾ ਟਾਈਮ ਹੋ ਗਿਆ, ਕਦੇ ਵੀ ਨਹੀਂ ਦੂਰ ਰਹੇ ਇੰਨਾ। ਹਾਂਜੀ ਮੈਡਮ ਵੈਸੇ ਵੀ ਜੀ ਛੋਟੀ ਛੋਟੀ ਕੋਈ ਚੀਜ਼ ਹੁੰਦੀ ਹੈ ਨਾ ਜੀ, ਚਾਹੇ ਫਾਰਮਿੰਗ ਦੀ ਹੈ, ਚਾਹੇ ਕੋਈ ਘਰ ਦੀ ਹੈ, ਚਾਹੇ ਕਿਸੇ ਦੀ ਆ, ਉਹ ਜਦੋਂ ਅਸੀਂ ਰਾਤ ਨੂੰ ਇਕੱਠੇ ਹੁੰਦੇ ਹਾਂ ਖਾਣਾ ਖਾਣ ਟਾਈਮ, ਕਿਉਂਕਿ ਸਵੇਰੇ ਬੱਚਿਆਂ ਦਾ ਸਕੂਲ ਹੁੰਦਾ ਚਲੋ ਕਰੋਨਾ ਕਰਕੇ ਸਾਲ ਦੇ ਘਰੇ ਹੀ ਆ, ਸੋ ਉਹਨਾਂ ਨੇ ਵੀ ਆਪਦਾ ਨਿਕਲਣਾ ਹੁੰਦਾ, ਇੱਕ ਰਾਤ ਦਾ ਡਿਨਰ ਹੁੰਦਾ ਕਿ ਅਸੀਂ ਇਕੱਠੇ ਕਰਦੇ ਹਾਂ। ਉਦੋਂ ਫਿਰ ਉਹਨਾਂ ਨੇ ਨਿੱਕੀ ਨਿੱਕੀ ਚੀਜ਼ ਬੱਚਿਆਂ ਨਾਲ ਡਿਸਕਸ ਕਰਨੀ ਆ। ਕਈ ਪੇਰੈਂਟਸ ਹੁੰਦੇ ਨੇ ਜੀ ਕਿ ਕੁਝ ਵਾਈਫ ਤੋਂ ਲੁਕੋ ਲਿਆ, ਜਾਂ ਕਿਸੇ ਪੇਰੈਂਟਸ ਨੇ ਬੱਚਿਆਂ ਤੋਂ ਲੁਕੋ ਲਿਆ, ਨਹੀਂ ਇੰਨੀ ਕੁ ਵੀ ਚੀਜ਼ ਲੈਣੀ ਆ ਜਾਂ ਕੋਈ ਗੱਲ ਹੈ, ਉਹਨਾਂ ਨੇ ਸਾਰਿਆਂ ਨੂੰ ਬਿਠਾ ਕੇ ਡਿਸਕਸ ਕਰਕੇ ਫਿਰ ਕਹਿਣਾ ਕਿ ਅੱਛਾ ਦੱਸੋ ਹੁਣ ਠੀਕ ਆ। ਸੋ ਉਹ ਉਹਨਾਂ ਦੀ ਹੈਬਿਟ ਹੈ। ਇੱਕ ਪਿੱਛੇ ਜਿਹੇ ਨਾ 26 ਤੋਂ ਬਾਅਦ ਸੋਸ਼ਲ ਮੀਡੀਆ ਤੇ ਬੜੀ ਅਫਵਾਹ ਉੱਡੀ ਕਿ ਜਿਹੜੇ ਕਿਸਾਨ ਆਗੂ ਨੇ ਬੜੀਆਂ ਜ਼ਮੀਨਾਂ ਬਣਾਈਆਂ ਨੇ, ਕਿਸਾਨ ਅੰਦੋਲਨ ਦੇ ਸਿਰ ਦੇ ਉੱਤੇ ਬੜੇ ਪ੍ਰਾਪਰਟੀਆਂ ਬਣਾਈਆਂ ਨੇ ਤੇ ਮਹਿੰਗੇ ਮਹਿੰਗੇ ਹੋਟਲਾਂ ਦੇ ਵਿੱਚ ਰਹਿੰਦੇ ਨੇ। ਇਹਦੇ ਵਿੱਚ ਤੁਸੀਂ ਕੀ ਸੱਚ ਮੰਨਦੇ ਹੋ ਕਿ ਕਿੰਨਾ ਕੁ ਸੱਚ ਇਸ ਗੱਲ ਦੇ ਵਿੱਚ? ਦੇਖੋ ਮੈਂ ਹਰਮੀਤ ਬਾਰੇ ਕਹਿ ਸਕਦੀ ਹਾਂ ਜੀ ਕਿ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਸੋ ਉਹਦੇ ਵਾਸਤੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਦੀ ਦਾੜੀ ਲਵੇੜੀਏ। ਠੀਕ ਹੈ, ਪ੍ਰਮਾਤਮਾ ਨੇ ਦਿੱਤਾ, ਉਹਦੇ 'ਚ ਬਹੁਤ ਸੋਹਣਾ ਗੁਜ਼ਾਰਾ ਹੁੰਦਾ ਜੀ। ਤੋ ਰਹਿ ਗਈ ਤੁਹਾਡੀ ਹੋਟਲਾਂ ਵਾਲੀ ਗੱਲ, ਉਹ ਤੁਸੀਂ ਮੇਰੇ ਨਾਲੋਂ ਜ਼ਿਆਦਾ ਵਾਕਫ ਹੋ, ਉੱਥੇ ਰਹਿੰਦੇ ਹੋ, ਉਹ ਤੁਸੀਂ ਵੇਖਦੇ ਹੋਵੋਗੇ ਵੀ ਉਹ ਕਿਹੜੇ ਹੋਟਲਾਂ 'ਚ ਜਾ ਕੇ ਰਹਿੰਦੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇੰਨੇ ਵਧੀਆ ਕਾਰੋਬਾਰ ਨੇ, ਇੰਨਾ ਵਧੀਆ ਰਹਿੰਦੇ ਨੇ, ਤਾਂ ਜੇ ਹੋਟਲਾਂ ਦੇ ਵਿੱਚ ਵੀ ਰਹਿ ਜਾਣਗੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ? ਨਹੀਂ, ਪ੍ਰੋਬਲਮ ਦੇਖੋ ਕੋਈ ਨਹੀਂ ਗੀ, ਰਹਿਣ ਨੂੰ ਰਹਿ ਸਕਦੇ ਨੇ, ਪਰ ਬੰਦਾ ਸੋਚਦਾ ਕਿ ਮੈਂ ਇੱਕ ਕਿਸਾਨੀ ਦੀ ਲੜਾਈ ਲੜ ਰਿਹਾ, ਜੇ ਮੈਂ ਆਪਦੇ ਬੰਦਿਆਂ ਦੇ ਵਿੱਚ ਹੀ ਨਾ ਵਿਚਰਿਆ, ਜਾ ਕੇ ਰਾਤ ਨੂੰ ਉਹਨਾਂ ਨੂੰ ਉੱਥੇ ਪਿਆ ਛੱਡ ਕੇ ਤੇ ਆਪਾਂ ਜਾ ਕੇ ਆਪਦੀ ਕੰਫਰਟ ਜ਼ੋਨ 'ਚ ਪੈ ਗਏ। ਹੁਣ ਇੱਕ ਪਿੱਛੇ ਜੀ ਇੱਕ ਇਨਸੀਡੈਂਟ ਹੋਇਆ ਜੀ, ਉੱਥੇ ਇੱਕ ਮਿਸਹੈਪ ਹੋਈ ਸੀਗੀ। ਜੇ ਉਸ ਟਾਈਮ ਉਹ 11:15 ਦਾ ਇਨਸੀਡੈਂਟ ਸੀਗਾ ਰਾਤ ਨੂੰ, ਤੇ ਇਹ 10 ਮਿੰਟਾਂ 'ਚ ਉੱਥੇ ਸੀ, 5-7 ਮਿੰਟਾਂ ਦੀ ਦੂਰੀ ਫਰਕ ਨਾਲ ਹੀ, ਜਦੋਂ ਇਹਨਾਂ ਨੂੰ ਕਾਲ ਗਈ ਕਿ ਆ ਇਨਸੀਡੈਂਟ ਹੋ ਗਿਆ। ਜੇ ਉਹ ਉਸ ਟਾਈਮ ਉੱਥੇ ਬਾਰਡਰ ਤੇ ਬੈਠੇ ਸੀ ਸਿੰਘੂ, ਤਾਂ ਹੀ ਚਲੇ ਗਏ। ਜੇ ਕਿਸੇ ਦੂਰ ਦਰਾਡੇ ਹੋਟਲ 'ਚ ਬੈਠੇ ਹੁੰਦੇ ਤਾਂ ਫਿਰ ਵੀ ਆਪਾਂ ਨੂੰ ਅੱਧਾ ਪੌਣਾ ਘੰਟਾ ਤਾਂ ਪ੍ਰਧਾਨ ਨੂੰ ਲੱਗਦਾ ਨਾ ਜੀ ਪਹੁੰਚਣ ਲੱਗੇ। ਇੱਕ ਮਿੰਟ ਮੈਂ ਗੱਲ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਸ਼ੁਰੂ ਤੋਂ ਸਾਡਾ ਪਰਿਵਾਰ ਜੁੜਿਆ ਹੋਇਆ ਕਿਸਾਨਾਂ ਦੇ ਨਾਲ। ਅੱਜ ਜਦੋਂ ਲੋਕ ਕਹਿੰਦੇ ਨੇ ਕਿ ਕਈ ਲੋਕ ਤਾਂ ਇਹ ਵੀ ਸੋਚਦੇ ਹੋਣਗੇ ਨਾ ਮੇਰੇ ਵਰਗੇ ਕਿ ਸ਼ਾਇਦ ਹੁਣ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਕਿਸਾਨ ਯੂਨੀਅਨਾਂ ਬਣਾ ਕੇ ਮੂਹਰੇ ਆ ਗਏ, ਬਈ 32 ਜਥੇਬੰਦੀਆਂ ਕਹਿੰਦੇ ਨੇ ਮੂਹਰੇ ਆ ਕੇ ਖੜ ਗਏ। ਹੁਣ ਤੁਸੀਂ ਕੀ ਮੰਨਦੇ ਹੋ ਕਿ ਗੱਲ 'ਚ ਕਿੰਨੀ ਕੁ ਸੱਚਾਈ ਹੈ? ਨਹੀਂ, ਇਹਦੇ 'ਚ ਤਾਂ ਦੇਖੋ ਬਿਲਕੁਲ ਸੱਚਾਈ ਨਹੀਂ। ਠੀਕ ਹੈ, ਹੁਣ ਥੋੜੀ ਐਜੀਟੇਸ਼ਨ ਇਹ ਇੰਨੀ ਵੱਡੀ ਹੋ ਗਈ, ਵਰਲਡ ਵਾਈਡ ਲੈਵਲ ਤੇ ਚਲੀ ਗਈ, ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਸਾਨ ਯੂਨੀਅਨਸ ਨੇ। ਵੈਸੇ ਜਦੋਂ ਅਸੀਂ ਵੇਖਦੇ ਹੁੰਦੇ ਸੀ, ਅਸੀਂ ਕਹਿਣਾ ਕਿ ਸਵੇਰੇ ਚਲੇ ਜਾਂਦੇ ਆ ਘਰੋਂ, ਸ਼ਾਮ ਨੂੰ ਵਾਪਸ ਆ ਜਾਂਦੇ ਨੇ, ਇਹ ਆਪਦੀ ਲੜਾਈ ਲੜੀ ਜਾਂਦੇ ਆ। ਬਹੁਤ ਲੋਕੀ ਅਵੇਅਰ ਨਹੀਂ ਸੀਗੇ, ਬਹੁਤੇ ਲੋਕੀ ਪੋਲੀਟੀਕਲ ਪਾਰਟੀਆਂ ਨਾਲ ਅਵੇਅਰ ਸੀਗੇ। 3-4 ਪਾਰਟੀਆਂ ਨੇ ਆਪਣੇ ਪੰਜਾਬ ਦੇ ਵਿੱਚ ਉਹਦੇ ਨਾਲ ਅਵੇਅਰ ਸੀ, ਕਿਸਾਨ ਯੂਨੀਅਨ ਲਈ ਅਵੇਅਰ ਨਹੀਂ ਸੀ ਕਿ ਇਹ ਕਿਸਾਨੀ ਦੇ ਮੁੱਦੇ ਤੇ ਕੰਮ ਕਰ ਰਹੀਆਂ ਨੇ। ਸੋ ਹੁਣ ਜਿਵੇਂ ਜਿਵੇਂ ਮਤਲਬ ਇਹ ਐਜੀਟੇਸ਼ਨ ਅੱਗੇ ਗਈ ਹੈ, ਹਾਲਾਂਕਿ ਜਿੰਨੀ ਦੇਰ ਤੱਕ ਇਹ ਪਲੇਟਫਾਰਮ ਤੇ ਵੀ ਬੈਠੇ ਸੀਗੇ ਪੰਜਾਬ ਦੇ ਵਿੱਚ, ਉਨੀ ਦੇਰ ਤੱਕ ਵੀ ਲੋਕਾਂ ਨੂੰ ਅਹਿਸਾਸ ਨਹੀਂ ਸੀਗਾ ਵੀ ਇਹ ਕੀ ਕਰ ਰਹੀਆਂ ਨੇ, ਵੀ ਕਾਹਦੀ ਲੜਾਈ ਲੜ ਰਹੀਆਂ। ਬਹੁਤਿਆਂ ਨੂੰ ਇਹ ਸੀਗਾ ਕਿ ਚਲੋ ਜੀ ਵੈਸੇ ਇੱਕ ਜਿਵੇਂ ਲੋਕੀ ਧਰਨੇ 'ਚ ਲਾ ਕੇ ਬੈਠ ਜਾਂਦੇ ਵੀ ਸਾਈਡ ਤੇ ਬੈਠੇ ਆ, ਆਪੇ ਹੱਠ ਉੱਠ ਜਾਣਗੇ। ਕਿਹੜੇ ਮਤਲਬ ਇਹ ਪੂਰੀ ਆਪਦੀ ਪਲੈਨਿੰਗ ਦੇ ਨਾਲ ਐਜੀਟੇਸ਼ਨ ਨੂੰ ਇੱਥੋਂ ਲੋਕਾਂ ਨੂੰ ਤਿਆਰ ਕਰਕੇ ਘਰੋਂ ਘਰੀ ਲੈ ਕੇ ਗਏ। ਜਿਹੜੇ ਲੋਕ ਇਹ ਕਹਿੰਦੇ ਨੇ ਜੀ ਕਿ ਮਤਲਬ ਲੋਕ ਉੱਥੇ ਗੁੰਮਰਾਹ ਕਰਾ ਕੇ ਬਿਠਾਏ ਨੇ, ਲੋਕੀ ਉਹਦੇ ਹਰੇਕ ਬੰਦੇ ਨੂੰ ਇਹ ਪ੍ਰਿਪੇਅਰ ਕਰਕੇ ਲੈ ਕੇ ਗਏ ਨੇ ਜੀ ਕਿ ਇਹ ਤੁਹਾਡੀ ਆਪਣੀ ਲੜਾਈ ਹੈ। ਮੈਨੂੰ ਲੱਗਦਾ ਜਦੋਂ ਕਰੋਨਾ ਸਮਾਂ ਸੀਗਾ ਉਦੋਂ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਰੈਲੀ ਕੱਢੀ ਸੀਗੀ ਉਹ ਹਰਮੀਤ ਕਾਦੀਆ ਜੀ ਨੇ ਕੱਢੀ ਸੀ। ਹਾਂਜੀ, ਉਹ ਇਹਨਾਂ ਨੇ ਕੱਢੀ ਸੀ। ਪਹਿਲਾਂ ਸਿਟੀ ਦੇ ਵਿੱਚ ਕੱਢੀ ਜੀ, ਬਾਈਕ ਰੈਲੀ ਕੱਢੀ, ਲੋਕਾਂ ਨੂੰ ਅਵੇਅਰ ਕੀਤਾ, ਫਿਰ ਪਿੰਡੋ ਪਿੰਡੀ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ, ਫਿਰ ਸਭ ਤੋਂ ਵੱਡੀ ਰੈਲੀ ਇਹਨਾਂ ਨੇ ਇੱਥੇ ਲੱਡੂਵਾਲ ਟੋਲ ਪਲਾਜ਼ਾ ਤੇ ਕੀਤੀ ਸੀ। ਬਹੁਤ ਵੱਡਾ ਇਕੱਠ ਸੀ ਜੀ ਉੱਥੇ। ਹੁਣ ਕੀ ਲੱਗਦਾ ਕੀ ਹੈ, ਕਿੱਦਾਂ ਦੇਖਦੇ ਹੋ ਧਰਨੇ ਨੂੰ? ਕਿਉਂਕਿ ਸਰਕਾਰ ਮੰਨਣ ਦੇ ਰੋਹ ਦੇ ਵਿੱਚ ਨਹੀਂ ਹੈਗੀ ਤੇ ਪੱਛਮੀ ਬੰਗਾਲ ਵੀ ਜਾ ਕੇ ਆਏ ਨੇ ਕਿਸਾਨ ਆਗੂ, ਕਹਿੰਦੇ ਜਿੱਥੇ ਜਿੱਥੇ ਬੀਜੇਪੀ ਹੈ ਉਹਦਾ ਵਿਰੋਧ ਕਰਾਂਗੇ ਅਸੀਂ। ਕੀ ਲੱਗਦਾ ਕਿ ਇਸ ਪੈਂਤੜੇ ਦੇ ਨਾਲ ਕੁਝ ਨਾ ਕੁਝ ਅਸਰ ਪਏਗਾ ਕੇਂਦਰ ਸਰਕਾਰ ਦੇ ਉੱਤੇ? ਅਸਰ ਤਾਂ ਦੇਖੋ ਪੈ ਹੀ ਰਿਹਾ। ਜੇ ਆਪਾਂ ਇੱਕ ਇੱਕ ਚੀਜ਼ ਆਪਾਂ ਨੋਟ ਕਰੀਏ, ਕੁਝ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਉਹ ਐ ਨਹੀਂ ਹੁੰਦਾ ਕਿ ਅੱਜ ਆਪਾਂ ਗਏ ਆ ਤੇ ਸਵੇਰੇ ਸਰਕਾਰ ਮੰਨ ਗਈ ਤੇ ਆਪਾਂ ਨੂੰ ਵਾਪਸ ਭੇਜਤਾ। ਕੁਝ ਚੀਜ਼ਾਂ ਲਈ ਟਾਈਮ ਲੱਗਦਾ, ਸੋ ਇਹਦੇ ਲਈ ਵੀ ਲੱਗੂਗਾ, ਮੰਨ ਜਾਣਗੇ ਬਟ ਥੋੜਾ ਟਾਈਮ ਲੱਗੂ। ਤੁਸੀਂ ਕਦੇ ਰੋਕਿਆ ਨਹੀਂ ਉਹਨਾਂ ਨੂੰ ਕਿ 2 ਪੀੜ੍ਹੀਆਂ ਤਾਂ ਪਹਿਲਾਂ ਹੋ ਗਈਆਂ, ਹੁਣ ਤੀਸਰੀ ਪੀੜ੍ਹੀ ਵੀ ਛੱਡੋ ਪਰੇ, ਕੀ ਲੋੜ ਹੈਗਾ? ਸਾਡੇ ਕੋਲੇ ਜ਼ਮੀਨ ਜਾਇਦਾਦ ਚੰਗੀ ਹੈ, ਸਾਡੇ ਕੋਲੇ ਸਭ ਕੁਝ ਦਿੱਤਾ ਹੋਇਆ ਪ੍ਰਮਾਤਮਾ ਦਾ, ਤੇ ਇਸ ਪਾਸੇ ਨਾ ਤੁਰੀਏ, ਕਿਉਂ ਕੇਸ ਲੈਣੇ ਨੇ, ਕਿਉਂ ਜੇਲ੍ਹਾਂ ਦੇ ਵਿੱਚ ਜਾਣਾ ਹੈਗਾ? ਕਦੇ ਰੋਕਿਆ ਨਹੀਂ? ਨਹੀਂ, ਰੋਕਿਆ ਤਾਂ ਕਦੇ ਨਹੀਂ। ਇਹ ਤਾਂ ਦੇਖੋ ਇੱਕ ਸੇਵਾ, ਇਹ ਬਹੁਤ ਲੋਕਾਂ ਨੂੰ ਨਸੀਬ ਨਹੀਂ ਹੁੰਦੀ। ਪੋਲੀਟੀਕਲ ਪਾਰਟੀਆਂ ਦੇ ਵਿੱਚ ਹਰੇਕ ਬੰਦਾ ਜਾਣ ਨੂੰ ਫਿਰਦਾ, ਅਗਲਾ ਕਹਿੰਦਾ ਕਿ ਚਲੋ ਜੀ ਉੱਥੇ ਨਾਮ ਵੱਧ ਹੈ, ਫੇਮ ਹੈ, ਪੈਸਾ, ਸਾਰਾ ਕੁਝ ਹੈ। ਜਦੋਂ ਰੱਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਫਿਰ ਆਪਾਂ ਕਿਉਂ ਨਾ ਸੇਵਾ ਕਰੀਏ? ਠੀਕ ਹੈ ਨਾ।
ਕਦੇ ਸੋਚਦੇ ਹੋ ਔਰ ਕਿ ਕਿਸਾਨਾਂ ਦੀ ਇੱਕ ਇਹੋ ਜੀ ਕਿਸਾਨ ਕਹਿ ਲਓ ਜਾਂ ਕੋਈ ਮਜ਼ਦੂਰ ਕਹਿ ਲਓ, ਇਹਨਾਂ ਦੀ ਇਹ ਕਿ ਇਹਨਾਂ ਦੀ ਕੋਈ ਆਵਾਜ਼ ਨਹੀਂ ਚੱਕਦਾ। ਜਿੰਨੀ ਦੇਰ ਇਹਨਾਂ ਲਈ ਕੋਈ ਬੋਲਣ ਵਾਲਾ ਨਹੀਂ ਹੈਗਾ ਜੀ, ਇਹ ਵਿਚਾਰਿਆਂ ਨੂੰ ਕਮਿਊਨਿਟੀ ਨੂੰ ਦਬਾਇਆ ਜਾਂਦਾ ਹਰ ਵਾਰੀ। ਇਸ ਅੰਦੋਲਨ ਤੋਂ ਇਲਾਵਾ ਤੁਸੀਂ ਕੀ ਮੰਨਦੇ ਹੋ ਕਿ ਉਹ ਕਿੰਨਾ ਕੁ ਸਮਾਂ ਤੁਹਾਡੇ ਨਾਲ ਕੱਢ ਲੈਂਦੇ ਨੇ ਪਰਿਵਾਰ ਦੇ ਨਾਲ, ਜਾਂ ਫਿਰ ਲੋਕਾਂ ਦੇ ਮਸਲਿਆਂ ਦੇ ਪ੍ਰਤੀ ਉਹ ਵੱਧ ਸੁਚੇਤ ਨੇ, ਉਹਨਾਂ ਦੇ ਨਾਲ ਵੱਧ ਤੁਰੇ ਰਹਿੰਦੇ ਨੇ, ਪਰਿਵਾਰ ਨੂੰ ਘੱਟ ਸਮਾਂ ਦਿੰਦੇ ਨੇ? ਨਹੀਂ, ਸਾਨੂੰ ਕਦੇ ਐ ਮਹਿਸੂਸ ਜਿਹਾ ਨਹੀਂ ਹੋਇਆ ਜੀ। ਜਦੋਂ ਆ ਕੇ ਕਹਿੰਦੇ ਨਾ ਕਿ ਉਹ ਜੀ ਆਹ ਚੀਜ਼ ਆਏ ਹੋਗੀ, ਫਿਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਆਪਾਂ ਕਿਸੇ ਦੇ ਕੰਮ ਆਏ ਆ। ਜੇ ਆਪਾਂ ਉਨੀ ਕੁ ਸ਼ੌਹਰਤ ਰੱਖਦੇ ਆ, ਆਪਾਂ ਨੂੰ ਪਰਮਾਤਮਾ ਨੇ ਉਹ ਬਖਸ਼ਿਸ਼ ਦਿੱਤੀ ਹੈ ਕਿ ਆਪਾਂ ਕਿਸੇ ਦੇ ਕੰਮ ਆ ਜਾਈਏ, ਤਾਂ ਉਹਦੇ ਨਾਲੋਂ ਵੱਡੀ ਸੇਵਾ ਕੋਈ ਨਹੀਂ ਗੀ। ਤੁਸੀਂ ਕੀ ਕਹਿਣਾ ਚਾਹੋਗੇ ਕਿ 3 ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ, ਹੁਣ ਉਹਨਾਂ ਲਈ ਕੀ ਸੁਨੇਹਾ ਹੋਏਗਾ, ਜਾਂ ਜਿਹੜੇ ਬਾਕੀ ਕਿਸਾਨ ਬੈਠੇ ਨੇ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੋਏਗਾ? ਮੈਂ ਕਹੂੰਗੀ ਵੀ ਹਿੰਮਤ ਨਾ ਹਾਰਿਓ। ਓਬਵੀਅਸਲੀ ਟਾਈਮ ਲੱਗੂਗਾ, ਜ਼ਿਆਦਾ ਲੱਗ ਸਕਦਾ। ਆਪਾਂ ਇੱਥੇ ਬੈਠੇ ਹੁਣ ਕੁਝ ਵੀ ਕਹੀ ਜਾਈਏ, ਪਰ ਉਹਨਾਂ ਨੂੰ ਪਤਾ ਵੀ ਜੋ ਉੱਥੇ ਬਹਿੰਦੇ ਨੇ ਉਹਨਾਂ ਨਾਲ ਕੀ ਕੁਛ ਹੁੰਦਾ ਤੇ ਕਿਵੇਂ ਬੈਠੇ ਨੇ। ਹੁਣ ਠੰਡ ਸਾਰੀ ਨਿਕਲ ਗਈ, ਗਰਮੀ ਸ਼ੁਰੂ ਹੋ ਗਈ, ਤੇ ਸਾਡੇ ਵੱਲੋਂ ਪੂਰੀ ਸਪੋਰਟ ਹੈ, ਸਾਰਿਆਂ ਵੱਲੋਂ, NRI ਇੱਧਰ ਸਾਰਿਆਂ ਵੱਲੋਂ ਪੂਰੀ ਸਪੋਰਟ ਹੈ। ਸੋ ਜਿੱਤ ਕੇ ਆਉਣਗੇ ਮੋਰਚਾ। ਸੋ ਬਿਲਕੁਲ ਇਹ ਉਹ ਪਰਿਵਾਰ ਹੈ ਹਰਮੀਤ ਸਿੰਘ ਕਾਦੀਆਂ ਜੀ ਦਾ। ਤੇ ਸਭ ਤੋਂ ਪਹਿਲਾਂ ਜੇਕਰ ਇਸ ਖੇਤੀ ਅੰਦੋਲਨ ਦੀ ਮੈਂ ਗੱਲ ਕਰਨਾ ਤਾਂ ਖੇਤੀ ਅੰਦੋਲਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਰੈਲੀ ਉਹ ਹਰਮੀਤ ਸਿੰਘ ਕਾਦੀਆਂ ਹੋਰਾਂ ਨੇ ਕੀਤੀ ਸੀ। ਮੈਡਮ ਨੇ ਜਿੱਦਾਂ ਜ਼ਿਕਰ ਕੀਤਾ ਕਿ ਵੱਖੋ ਵੱਖਰੇ ਬਾਰਡਰਾਂ ਦੇ ਉੱਤੇ ਜਿਹੜੇ ਇੱਥੇ ਪਹਿਲਾਂ ਟੋਲ ਪਲਾਜ਼ਿਆਂ ਦੇ ਉੱਤੇ, ਰੇਲ ਪਟੜੀਆਂ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਜੋੜਿਆ, ਕਿਸਾਨਾਂ ਨੂੰ ਸੁਚੇਤ ਕੀਤਾ ਮਸਲਾ ਦੇ ਪ੍ਰਤੀ, ਤੇ ਫਿਰ ਦਿੱਲੀ ਵੀ ਲੈ ਕੇ ਗਏ। ਤੇ ਹੁਣ ਲਗਾਤਾਰ ਦਿੱਲੀ ਬੈਠੇ ਨੇ, 2 ਵਾਰ ਘਰੇ ਆਏ ਨੇ। ਇੱਕ ਵਾਰ ਕਿਸੇ ਦੀ ਅੰਤਿਮ ਅਰਦਾਸ ਦੇ ਉੱਤੇ ਆਏ ਨੇ, ਤੇ ਦੂਸਰੀ ਵਾਰ ਕੋਈ ਖਾਸ ਕਾਰਨ ਸੀਗਾ ਉਸ ਦਿਨ ਆਏ ਨੇ, ਖੜੇ ਖੜੇ ਆਏ ਤੇ ਉਸੇ ਦਿਨ ਵਾਪਸ ਮੁੜ ਗਏ। ਤਾਂ ਬਿਲਕੁਲ ਕਿਸਾਨ ਆਗੂ ਲਗਾਤਾਰ ਜਿਹੜੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਡਟੇ ਬੈਠੇ ਨੇ। ਤਾਂ ਜਦੋਂ ਵੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਤੁਰਦੀ ਹੈ, ਭਾਵੇਂ ਬਲਬੀਰ ਸਿੰਘ ਰਾਜੇਵਾਲ ਦੇ ਘਰਦਿਆਂ ਨਾਲ ਆਪਾਂ ਗੱਲਬਾਤ ਕੀਤੀ, ਭਾਵੇਂ ਜੋਗਿੰਦਰ ਸਿੰਘ ਉਗਰਾਹਾਂ ਜੀ ਦੇ ਘਰਦਿਆਂ ਨਾਲ ਗੱਲਬਾਤ ਕੀਤੀ, ਚਾਹੇ ਖੁੰਡੇ ਵਾਲੇ ਬਾਪੂ ਰੁਲਦੂ ਸਿੰਘ ਮਾਨਸਾ ਜੀ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਤਾਂ ਸ਼ੁਰੂ ਤੋਂ ਹੀ ਇਹੀ ਰਿਹਾ ਕਿ ਜਿਹੜੇ ਕਿਸਾਨ ਆਗੂ ਨੇ ਸਿਰਫ ਇਸ ਅੰਦੋਲਨ ਦੇ ਵਿੱਚ ਹੀ ਐਕਟਿਵ ਨਹੀਂ ਹੋਏ, ਉੱਦਾਂ ਵੀ ਕੰਮ ਕਰਦੇ ਨੇ, ਉੱਦਾਂ ਵੀ ਲੋਕਾਂ ਦੇ ਮਸਲਿਆਂ ਪ੍ਰਤੀ ਸੁਚੇਤ ਨੇ। ਹਾਂ, ਇਹ ਜ਼ਰੂਰ ਹੈ ਕਿ ਇਸ ਕੰਮ ਦੇ ਵਿੱਚ ਜਦੋਂ ਤੁਰਦੇ ਨੇ ਤਾਂ ਆਰੀ ਨੂੰ ਕਹਿੰਦੇ ਇੱਕ ਪਾਸੇ ਦੰਦੇ ਹੁੰਦੇ ਨੇ, ਜਹਾਨ ਨੂੰ ਦੋਵੇਂ ਪਾਸੇ ਦੰਦੇ ਹੁੰਦੇ ਨੇ। ਤਾਂ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣਾ ਉਹ ਵੀ ਜ਼ਰੂਰ ਕਰਨਾ ਪੈਂਦਾ, ਪਰ ਹੌਸਲੇ ਪੂਰੀ ਤਰ੍ਹਾਂ ਜਿਹੜੇ ਉਹ ਬੁਲੰਦ ਨੇ। ਪਰਿਵਾਰ ਕਹਿ ਰਹੇ ਨੇ ਕਿ ਅਸੀਂ ਜਿੰਨਾ ਵੀ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ, ਕਿਸੇ ਪਰਿਵਾਰ ਨੇ ਨਹੀਂ ਕਿਹਾ ਕਿ ਉਹ ਜਿੱਤੇ ਬਿਨਾਂ ਵਾਪਸ ਮੁੜਨਗੇ। ਹਰ ਪਰਿਵਾਰ ਇੱਕ ਗੱਲ ਕਹਿ ਰਿਹਾ ਕਿ ਜਦੋਂ ਤੱਕ ਵੀ ਉੱਥੇ ਬੈਠੇ ਨੇ ਅਸੀਂ ਪਿੱਛੋਂ ਆਪਣਾ ਕੰਮਕਾਰ ਇੱਥੇ ਇੱਦਾਂ ਹੀ ਚਲਾਵਾਂਗੇ, ਇੱਦਾਂ ਹੀ ਪਰਿਵਾਰ ਪਿੱਛੋਂ ਸਪੋਰਟ ਦਿੰਦਾ ਰਹੇਗਾ ਤੇ ਉਹ ਦਿੱਲੀ ਦੇ ਵਿੱਚ ਡਟੇ ਰਹਿਣਗੇ। ਸੋ ਬਿਲਕੁਲ ਦਿੱਲੀ ਦੇ ਵਿੱਚ ਕਿਸਾਨ ਵੀ ਡਟੇ ਹੋਏ ਨੇ, ਕਿਸਾਨ ਆਗੂ ਵੀ ਡਟੇ ਹੋਏ ਨੇ। ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ।